ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਦੋਹਰਾ ਮਚਿਓ ਜੰਗ ਭੀਖਨ ਮਹਾ ਤਬ ਹਾਂਡੇ ਰਾਠੌਰ ਪਰੇ ਨੌਰੰਗੇ ਸੈਨ ਪਰ ਰੌਰ ਮਚਾਏ ਵਦੌਰ ਮਚਿਓ ਜੰਗ ਭੀਖਨ ਮਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸੰਗਤ ਰੂਪ ਵਿੱਚ ਜੁੜ ਕੇ ਅੰਮ੍ਰਿਤ ਵੇਲੇ ਦੀ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਹੋਏ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਇਤਿਹਾਸ ਵਿੱਚ ਚੱਲ ਰਿਹਾ ਜਿਹੜਾ ਪ੍ਰਸੰਗ ਹੈ ਉਹ ਲੜੀਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਸ਼ਾਹਜਹਾਂ ਨੇ ਗੁਰੂ ਘਰ ਨਾਲ ਖੋਟਪੁਣਾ ਕਰਕੇ ਬੈਰ ਕਮਾਇਆ, ਜਿਸ ਦੇ ਸਦਕਾ ਇਹਨਾਂ ਦੀ ਕੁਲ ਦੇ ਵਿੱਚੋਂ ਰਾਜ ਭਾਗ ਚਲਿਆ ਗਿਆ, ਉਹ ਕਾਰਨ ਬਣਿਆ। ਉਹ ਸਾਰਾ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਇਸੇ ਇਤਿਹਾਸ ਵਿੱਚ ਹੀ ਲੜੀਵਾਰ ਰੂਪ ਵਿੱਚ ਕਹਿ ਰਹੇ ਹਨ, ਉਹ ਆਪਾਂ ਸੁਣਿਆ ਹੈ। ਇਸ ਤਰ੍ਹਾਂ ਸ਼ਾਹਜਹਾਂ ਬਿਮਾਰ ਹੋ ਗਿਆ। ਇਸੇ ਤਰ੍ਹਾਂ ਇਹ ਸੁਜਾ ਮੁਹੰਮਦ ਨੇ ਜੋ ਮੁਗਾਲ ਦਾ ਇਲਾਕਾ ਇਸ ਨੂੰ ਸੌਂਪ ਦਿੱਤਾ ਸੀ, ਚੜ੍ਹਾਈ ਕਰਕੇ ਕਾਂਸ਼ੀ ਪਟਨੇ ਤੱਕ ਪਹੁੰਚ ਗਿਆ ਸੀ। ਇਸੇ ਤਰ੍ਹਾਂ ਜਿਹੜਾ ਜੈਪੁਰ ਦਾ ਰਾਜਾ ਜੈ ਸਿੰਘ ਉਹਦੇ ਵੱਲੋਂ ਮੁਕਾਬਲਾ ਕਰਨ ਲਈ ਭੇਜਿਆ ਸੀ, ਉਸਨੇ ਉਹਨੂੰ ਸ਼ਿਕਸਤ ਦੇ ਕੇ ਵਾਪਸ ਭਜਾ ਦਿੱਤਾ ਸੀ। ਇਧਰ ਗੁਜਰਾਤ ਵੱਲੋਂ ਜਿਹੜਾ ਮੁਰਾਦ ਬਖਸ਼ ਹੈ ਉਹਦਾ ਬੰਦੋਬਸਤ ਕਰਨ ਵਾਸਤੇ ਜੋਧਪੁਰ ਦਾ ਜਿਹੜਾ ਰਾਜਾ ਜਸਵੰਤ ਸਿੰਘ ਹੈ, ਜਿਸਨੂੰ ਮਹਾਰਾਜੇ ਦਾ ਖਿਤਾਬ ਦੇ ਕੇ ਫਿਰ ਦਾਸ਼ਕੋ ਨੇ ਉਹਦੇ ਸਾਹਮਣੇ ਨੂੰ ਭੇਜਿਆ। ਜੰਗ ਜਦ ਹੋਇਆ
ਜਿਹਦੇ ਵਿੱਚ ਇੱਕ ਵਾਰੀ ਤਾਂ ਇਹ ਮੁਰਾਦ ਬਖਸ਼ ਕਸ਼ਟ ਖਾ ਗਿਆ ਸੀ, ਮਾਰ ਖਾ ਗਿਆ ਸੀ, ਪਰ ਇਹ ਰਾਜਨੀਤਿਕ ਸੀ। ਜਿਹੜੇ ਤੋਪਚੀ ਲੋਕ, ਜਿੱਥੇ ਤੋਪਖਾਨਾ ਸੀ, ਉੱਧਰ ਜਾ ਕੇ ਫਿਰ ਸਾਰੀਆਂ ਤੋਪਾਂ ਇਹ ਜਸਵੰਤ ਸਿੰਘ ਜਿਹੜਾ ਮਹਾਰਾਜਾ ਹੈ, ਇਹਦੇ ਸਾਹਮਣੇ ਫੌਜ ਦੇ ਕਰਨੀਆਂ ਤੇ ਤੋਪਾਂ ਦੇ ਕੋਲੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਹਦੇ ਨਾਲ ਬੜੇ ਬੜੇ ਉਹਦੇ ਸੂਰਬੀਰ ਬਹਾਦਰ ਉੱਡ ਗਏ, ਮਰ ਗਏ। ਫਿਰ ਜਸਵੰਤ ਸਿੰਘ ਨੂੰ ਡਰ ਪੈ ਹੋਇਆ ਕਿਤੇ ਮੈਂ ਨਾ ਮਾਰਿਆ ਜਾਵਾਂ, ਮੈਂ ਨਾ ਪਕੜਿਆ ਜਾਵਾਂ। ਵੀ ਉਹ ਭੱਜ ਗਿਆ। ਇਹ ਸਾਰੀ ਖਬਰਸਾਰ ਦਰਸ਼ਕੋ ਨੇ ਆ ਕੇ ਦਿੱਤੀ, ਪਿਤਾ ਨੂੰ ਦੱਸੀ। ਦੋਵੇਂ ਚਿੰਤਾਵਾਨ ਹੋਏ। ਇਹ ਸਲਾਹ ਕੀਤੀ ਵੀ ਉਧਰੋਂ ਔਰੰਗਜ਼ੇਬ ਨਾ ਕਿਤੇ ਦੱਖਣ ਦੀ ਤਰਫ ਤੋਂ ਆ ਜਾਏ, ਉਹ ਬੜਾ ਖੋਟਾ ਹੈ, ਉਹਦਾ ਬੰਦੋਬਸਤ ਮੈਂ ਜਾ ਕੇ ਅੱਗੋਂ ਕਰਦਾ ਹਾਂ। ਪਿਤਾ ਭਾਵੇਂ ਕਹਿੰਦਾ ਸੀ ਵੀ ਉਹ ਛੜੀਆ ਫਿਰੇ ਧੋਖੇਬਾਜ਼ ਹੈ, ਤੂੰ ਨਿਰਚਲ ਨਿਕਸ਼ਵਟ ਹੈ, ਤੂੰ ਉਹਦੇ ਬਰਾਬਰ ਨਹੀਂ ਪਹੁੰਚ ਸਕਣਾ, ਉਹ ਸ਼ੈਤਾਨ ਹੈ, ਤੂੰ ਨਾ ਜਾ, ਕਿਤੇ ਤੂੰ ਨਾ ਉਹਦੀ ਮਾਰ ਹੇਠ ਆ ਜਾਏ। ਪਰ ਪਿਤਾ ਦਾ ਕਿਹਾ ਮੰਨਿਆ ਨਹੀਂ ਹੈ। ਮੱਲੋ ਮੱਲੀ ਆਗਰੇ ਛੱਡ ਕੇ ਫੌਜਾਂ ਲੈ ਕੇ ਜਿੱਥੇ ਚੰਬਲ ਨਦੀ ਹੈ, ਦਰਿਆ ਹੈ, ਉੱਥੇ ਹੱਦ ਤੇ ਜਾ ਕੇ ਡੇਰੇ ਲਾ ਲਏ ਵੀ ਇੱਥੋਂ ਮੈਂ ਪਾਰ ਨਹੀਂ ਲੰਘਣ ਦੇਣਾ ਉਸਨੂੰ। ਉਧਰ ਜਿਹੜਾ ਇਹ ਔਰੰਗਜ਼ੇਬ ਹੈ, ਇਸਨੇ ਮੁਰਾਦ ਬਖਸ਼ ਦੀ ਵੀ ਫੌਜ ਆਪਣੇ ਨਾਲ ਲੈ ਲਈ। ਦੋਵੇਂ ਭਰਾ ਇਕੱਠੇ ਹੋ ਗਏ। ਜਦੋਂ ਚੱਲ ਕੇ ਚੰਬਲ ਨਦੀ ਤੇ ਰਾਤ ਆਏ ਹਨ ਤੇ ਪਤਾ ਚੱਲਿਆ ਵੀ ਸਾਰੀਆਂ ਬੇੜੀਆਂ ਦਰਸ਼ਕੋ ਨੇ ਆਪਣੇ ਕਬਜ਼ੇ ਵਿੱਚ ਕੀਤੀਆਂ ਹੋਈਆਂ ਹੈ। ਪਾਣੀ ਡੂੰਘਾ ਹੈ, ਪਾਰ ਕਿਤੋਂ ਲੰਘ ਨਹੀਂ ਸਕਦੇ। ਜਿਹੜੇ ਚੰਬਲ ਨਦੀ ਦੇ ਨੇੜੇ ਤੇੜੇ ਰਹਿਣ ਵਾਲੇ ਸੀ, ਉਹਨਾਂ ਸਿਆਣਿਆਂ ਲੋਕਾਂ ਨੂੰ ਸੱਦਿਆ, ਪੁੱਛਿਆ ਵੀ ਕੋਈ ਐਸੀ ਜਗ੍ਹਾ ਹੈ ਜਿੱਥੇ ਚੜੇ ਚੜਾਏ ਪਾਰ ਲੰਘ ਜਾਈਏ। ਉਹ ਭੇਤ ਲੈ ਕੇ ਆਏ। ਉਹਨਾਂ ਨੇ ਆ ਕੇ ਦੱਸ ਦਿੱਤਾ ਇੱਥੋਂ 20 ਕੋਹ ਤੇ ਐਸਾ ਘਾਟ ਹੈਗਾ ਹੈ ਜਿੱਥੇ ਕੋਈ ਬੇੜੀ ਦੀ ਲੋੜ ਨਹੀਂ ਹੈ, ਘੋੜਿਆਂ ਤੇ ਚੜੇ ਚੜਾਏ ਤੁਸੀਂ ਮੌਜ ਨਾਲ ਪਾਰ ਹੋ ਜਾਓਗੇ। ਉਹ ਸੁਣ ਕੇ ਫਿਰ ਔਰੰਗਜ਼ੇਬ ਨੇ ਤੇ ਨਾਲ ਇਹਦਾ ਜਿਹੜਾ ਛੋਟਾ ਭਰਾ ਮੁਰਾਦ ਬਖਸ਼ ਹੈ, ਉਹਦੇ ਸਮੇਤ ਚੰਬਲ ਨਦੀ ਤੋਂ ਪਾਰ ਲੰਘ ਆਏ। ਜਦੋਂ ਇਹ ਦਰਸ਼ਕੋ ਨੂੰ ਖਬਰਸਾਰ ਮਿਲੀ, ਬਹੁਤ ਚਿੰਤਾ ਵਾਲਾ ਹੋਇਆ, ਬੜਾ ਡਰਿਆ ਹੈ ਹੁਣ ਕੀ ਕੀਤਾ ਜਾਏ। ਪਰ ਫਿਰ ਇਹੀ ਸੋਚਿਆ ਵੀ ਜੰਗ ਜੁੱਧ ਕਰਕੇ ਇਹਨੂੰ ਮੈਂ ਮਾਰ ਭਜਾਵਾਂ। ਜਿਵੇਂ ਦਰਸ਼ਕੋ ਨੇ ਆਪਣੀ ਫੌਜ ਨੂੰ ਆਪਣੇ ਭਰਾ ਔਰੰਗਜ਼ੇਬ ਦੀ ਫੌਜ ਨੂੰ ਭਜਾਉਣ ਵਾਸਤੇ ਬੜਾ ਭਾਰੀ ਤਕੜਾ ਹੀ ਹੱਲਾ ਬੋਲਿਆ ਸੀ, ਜਿਹਦੇ ਵਿੱਚ ਇੱਕ ਵਾਰੀ ਤਾਂ ਔਰੰਗਜ਼ੇਬ ਦੀ ਜਿੰਨੀ ਫੌਜ ਆ ਬੜੀ ਤਕੜੀ ਮਾਰ ਖਾ ਗਈ ਸੀ। ਪਰ ਇਹ ਵੀ ਫਿਰ ਮੁਰਾਦ ਬਖਸ਼ ਵਾਂਗੂ ਇਸਨੇ ਵੀ ਤੋਪਾਂ ਦੇ ਗੋਲੇ ਐਸੇ ਚਲਵਾਏ, ਜਿਹਦੇ ਕਰਕੇ ਦਰਸ਼ਕੋ ਦੀ ਜਿਹੜੀ ਫੌਜ ਆ ਮਾਰ ਖਾ ਗਈ, ਭੱਜ ਗਈ ਸੀ। ਜਿਵੇਂ ਦਰਸ਼ਕੋ ਵੀ ਭੱਜਿਆ, ਫੌਜ ਵੀ ਭੱਜੀ। ਉਹ ਪ੍ਰਸੰਗ ਅੱਜ ਦੇ ਦੀਵਾਨ ਵਿੱਚ ਖੋਲ ਖੋਲ ਕੇ ਆ ਰਿਹਾ ਹੈ। ਉਹ ਜਿਵੇਂ ਆਉਂਦਾ ਸੀ ਸੁਣੀਏ ਜੀ। ਮਚਿਓ ਜੰਗ ਭੀਖਨ ਮਹਾ। ਉਹ ਕਹਿੰਦੇ ਚੰਬਲ ਨਦੀ ਦੇ ਕਿਨਾਰੇ ਉੱਪਰ ਬੜਾ ਭਾਰੀ ਭਿਆਨਕ ਜੰਗ ਜੁੱਧ ਮਚਿਆ। ਤਬ ਹਾਂਡੇ ਰਾਠੌਰ। ਇਹ ਰਾਜਪੂਤਾਂ ਦੀਆਂ ਜਾਤਾਂ ਹੈ। ਕਿਸੇ ਨੂੰ ਹਾਂਡੇ ਰਾਜਪੂਤ ਕਹਿੰਦੇ ਆ, ਕਿਸੇ ਨੂੰ ਰਾਠੌਰ ਰਾਜਪੂਤ ਕਹਿੰਦੇ ਆ, ਕਿਸੇ ਨੂੰ ਠਾਕਰ ਰਾਜਪੂਤ ਕਹਿੰਦੇ। ਗਿਆਨੀ ਜਗੀਰ ਸਿੰਘ ਜੀ ਉਹ ਇਹਨਾਂ ਰਾਜਪੂਤਾਂ ਵਿੱਚੋਂ ਸੀ, ਤੇ ਉਹ ਕਹਿੰਦਾ ਸੀ ਵੀ ਮੈਨੂੰ ਠਾਕਰ ਜੀ ਕਿਹਾ ਕਰੋ। ਨਿੰਗਾ ਸਿੰਘਾਂ ਦੇ ਬੋਲੇ ਵਿੱਚ ਠਾਕਰ ਕਿਸੇ ਨੂੰ ਹੋਰ ਕਹਿੰਦੇ। ਉਹਨੂੰ ਪਤਾ ਲੱਗਿਆ, ਫਿਰ ਕਹਿੰਦਾ ਮੈਨੂੰ ਨਾ ਕਿਹਾ ਕਰੋ। ਇਸ ਕਰਕੇ ਵੀ ਇਹ
ਠਾਕਰ ਠੱਕਰ ਸੰਗਿਆ ਖੱਤੀਆਂ ਦੀ ਵੀ ਹੈ। ਇਹ ਰਾਜਪੂਤ ਠਾਕਰ ਕਹਾਉਂਦੇ ਆ ਬੜੇ ਮਾਣ ਨਾਲ। ਜਿਵੇਂ ਜਿਹੜੇ ਕੋਈ ਹਾਂਡੇ ਜਾਤ ਦੇ ਰਾਜਪੂਤ ਆ ਜਾਂ ਰਾਠੌਰ ਜਾਂ ਠਾਕਰ ਜਾਤ ਦੇ ਰਾਜਪੂਤ ਹਨ। ਪਰੇ ਨਰੰਗੇ ਸੈਨ ਪਰ। ਉਹ ਸਾਰੇ ਰਾਜਪੂਤ ਕਹਿੰਦੇ ਇਹਨਾਂ ਜਾਤਾਂ ਦੇ ਇਕੱਠਿਆਂ ਹੋ ਕੇ ਔਰੰਗਜ਼ੇਬ ਦੀ ਫੌਜ ਪਰ ਟੁੱਟ ਕੇ ਪੈ ਗਏ ਹਨ। ਰੌਰ ਮਚਾਏ ਵਦੌਰ। ਦੌੜ ਕੇ ਧਾਵਾ ਕਰਕੇ ਬੜਾ ਭਾਰੀ ਰੌਲਾ ਰੱਪਾ ਮਚਾਇਆ ਵੀ ਦੁਸ਼ਟ ਰੰਗੇ ਨੂੰ ਆਪਾਂ ਜਿਉਂਦੇ ਨਹੀਂ ਰਹਿਣਾ, ਇਹਦੀ ਫੌਜ ਨੂੰ ਮਾਰ ਕੇ ਇਹਨੂੰ ਜਾਂ ਭਜਾ ਦੇਣਾ ਜਾਂ ਮਾਰ ਦੇਣਾ ਹੈ। ਉਹ ਰੌਲਾ ਮਚਾਇਆ ਹੈ। ਚੌਪਈ ਰਾਮ ਸਿੰਘ ਆਦਿਕ ਜੇ ਹਾਂਡੇ। ਜਿਹੜੇ ਹਾਂਡੇ ਰਾਜ ਦੇ ਰਾਜਪੂਤ ਰਾਮ ਸਿੰਘ ਆਦਿਕ ਸਨ। ਫਿਰੇ ਜੁੱਧ ਜਨ ਰਨ ਥੰਬ ਗਾਡੇ। ਇਹਨੇ ਜੰਗ ਜੁੱਧ ਵਿੱਚ ਭਿੜੇ ਹਨ। ਜਾਣੀ ਜਿਵੇਂ ਜੰਗ ਦੇ ਵਿੱਚ ਥੰਮਾ ਗੱਡਿਆ ਹੁੰਦਾ ਹੈ, ਝੰਡਾ ਗੱਡਿਆ ਹੁੰਦਾ ਹੈ, ਉਹ ਥੰਬੇ ਵਾਂਗ ਕਹਿੰਦੇ ਟਿਕੇ ਗੱਡੇ ਹਨ। ਕਤਲ ਕਰਤ ਨੌ ਰੰਗ ਕੀ ਸੈਨਾ। ਜਿਹੜਾ ਰੰਗਜ਼ੇਬ ਹੈ ਉਹਦੀ ਫੌਜ ਨੂੰ ਇਹ ਰਾਮ ਸਿੰਘ ਦੇ ਜਿਹੜੇ ਯੋਧੇ ਹੈ ਜੰਗ ਵਿੱਚ ਦਰਦੇ ਹੋਏ ਕਤਲ ਕਰੀ ਜਾਂਦੇ ਹਨ। ਚੱਲੀ ਸਰੋਹੀ ਬਾੜ ਸੁਪੈਨਾ। ਕਹਿੰਦੇ ਜਿੰਨੀਆਂ ਦੀਆਂ ਬਾੜ ਧਾਰਾਂ ਬੜੀਆਂ ਪੈਨਾ ਕੀ ਤਿੱਖੀਆਂ ਹਨ, ਸਰੋਹੀ ਸਿੱਧੀਆਂ ਤਲਵਾਰਾਂ ਦੀਆਂ ਉਹ ਫਿਰ ਚੱਲੀਆਂ ਤਿੱਖੀਆਂ ਧਾਰਾਂ ਵਾਲੀਆਂ ਸਰੋਹੀਆਂ ਤਲਵਾਰਾਂ। ਨਿਰਭੈ ਵੀਰ ਡੋਲੇ ਰਣ ਮਾਹੂ। ਜਿਹੜੇ ਸੂਰਬੀਰ ਸੀ ਉਹ ਨਿਰਭੈ ਹੋ ਕੇ ਜੰਗ ਦੇ ਵਿੱਚ ਫਿਰੇ ਹਨ। ਖੇਲਹਿ ਗਨ ਚਾਚਰ ਚਿਤ ਚਾਹੂ। ਯਾਨੀ ਫੱਗਣ ਦੇ ਮਹੀਨੇ ਦੇ ਵਿੱਚ ਜਿਹੜੀ ਹੋਲੀ ਹੁੰਦੀ ਹੈ ਨਾ, ਉਹੀ ਚਿਤ ਵਿੱਚ ਆਣਾ ਨਹੀਂ, ਮਾਨੋ ਇਹ ਖੇਲ ਰਹੇ ਜੰਗ ਨਹੀਂ ਕਰ ਰਹੇ, ਮਾਨੋ ਕਹਿੰਦੇ ਚਿੱਤੀ ਚਾਹਨਾ ਨਾਲ ਹੋਲੀ ਖੇਡ ਰਹੇ ਹਨ। ਧੁੱਪ ਕੈ ਚਲਤ ਰੁਚਰ ਪਿਚਕਾਰੀ। ਜਿਹੜੀਆਂ ਜੰਗ ਦੇ ਵਿੱਚ ਬੰਦੂਕਾਂ ਚੱਲ ਰਹੀਆਂ, ਮਾਨੋ ਕਹਿੰਦੇ ਹੋਲੀ ਦੇ ਵਿੱਚ ਪਿਚਕਾਰੀਆਂ ਹਨ, ਸੋਹਣੀਆਂ ਰੰਗ ਨਾਲ ਭਰੀਆਂ ਚੱਲ ਰਹੀਆਂ। ਸਰੋਣਤ ਭਿਰਤ ਰੰਗ ਬਹੁ ਡਾਰੀ। ਸਰੋਣਤ ਭਿਗਤ ਰੰਗ ਬਹੁ ਡਾਰੀ। ਇਸੇ ਤਰ੍ਹਾਂ ਜਿਹੜਾ ਕੋਈ ਲਹੂ ਦੇ ਨਾਲ ਸੂਰਵੀਰ ਭਿੱਜ ਰਹੇ, ਮਾਨੋ ਕਹਿੰਦੇ ਬੜਾ ਰੰਗ ਪਾਇਆ ਜਾ ਰਿਹਾ ਹੈ ਲਾਲ। ਚਲਹਿ ਜੰਬੂਰਨ ਕੇ ਗਨ ਗੋਰੇ। ਜਿਹੜੇ ਜੰਬੂਰਨ ਕੇ ਅੱਧੀਆਂ ਤੋਪਾਂ ਦੇ ਵਿੱਚੋਂ ਬਹੁਤੇ ਗੋਲੇ ਚੱਲਦੇ ਹਨ। ਸੋ ਕੁਮ ਕੁਮੇ ਲੜਤ ਦੋਹ ਓਰੇ। ਉਹੀ ਦੋਹਾਂ ਪਾਸੋਂ ਲੜਦਿਆਂ ਮਾਨੋ ਕਹਿੰਦੇ ਕੁਮ ਕੇ ਪਾਏ ਜਾ ਰਹੇ। ਉਹ ਜਿਨ੍ਹਾਂ ਵਿੱਚੋਂ ਡੱਬਿਆਂ ਵਿੱਚ ਰੰਗ ਜਾ ਪਾਇਆ ਹੁੰਦਾ ਤੇ ਸਿੱਟਿਆ ਜਾਂਦਾ ਹੈ, ਉਹਨਾਂ ਨੂੰ ਕੁੰਮ ਕੇ ਕਹਿ ਦਿੰਦੇ ਆ। ਜਿਵੇਂ ਆ ਗੁਲਾਬਦਾਨੀਆਂ ਜਿਹੀਆਂ ਹੁੰਦੀਆਂ ਹਨ, ਜਿਵੇਂ ਪਹਿਲੇ ਸਮਿਆਂ ਵਿੱਚ ਆ ਸਾਧੂ ਸੰਤ ਜਦੋਂ ਕੋਈ ਪਾਠ ਪੂਜਾ ਕਰਿਆ ਕਰਦੇ, ਉਹਦੇ ਵਿੱਚ ਰੂਹ ਘਿਓੜਾ ਜਿਹਾ ਪਾ ਕੇ ਜਦੋਂ ਅਖੰਡ ਪਾਠ ਦਾ ਭੋਗ ਪੈਂਦਾ ਫਿਰ ਉਹ ਛਿੜਕਦੇ ਹੁੰਦੇ ਸੀ। ਇੱਥੇ ਵੀ ਆ ਗੁਲਾਬਦਾਨੀ ਜੀ ਆਪਣੇ ਵੀ ਹੁੰਦੀ ਸੀ, ਸ਼ਾਇਦ ਕਿਤੇ ਆਸੇ ਪਾਸੇ ਪਈ ਹੋਵੇ। ਇਹ ਸਮੇਂ ਸਮੇਂ ਦੀਆਂ ਗੱਲਾਂ ਹੈ। ਹੁਣ ਉਹ ਦੂਸਰਾ ਹੁਣ ਜੀਓ ਪ੍ਰੈਸ਼ਰ ਵਾਲਾ ਆ ਗਿਆ ਹੈ, ਫਿਰ ਉਹਦੀ ਹੁਣ ਲੋੜ ਨਹੀਂ ਪੈਂਦੀ। ਉਹ ਬਟਨ ਜਾਂ ਨੱਪ ਕੇ ਆਪੇ ਸਾਰਾ ਕੁਝ ਉਹ ਛਿੜਕ ਦਿੰਦਾ ਹੈ ਉੱਪਰ ਦੀ। ਇਸ ਤਰ੍ਹਾਂ ਪਹਿਲਾਂ ਰੂਹ ਘਿਓੜਾ ਜਿਹਾ ਹੁੰਦਾ ਸੀ, ਉਹ ਗੁਲਾਬਦਾਨੀ ਦੇ ਵਿੱਚ ਪਾਇਆ ਹੁੰਦਾ ਸੀ, ਤੇ ਫਿਰ ਉਹ ਇਸ ਤਰ੍ਹਾਂ ਜਦੋਂ ਹੱਥ ਵਿੱਚ ਲਾ ਕੇ ਇੱਧਰ ਉੱਧਰ ਨੂੰ ਕਰਦੇ ਸੀ, ਉਹਦੇ ਵਿੱਚੋਂ ਫਿਰ ਉਹ ਰੂਹ ਘਿਓੜਾ ਜਿਹਾ ਇੱਧਰ ਉੱਧਰ ਛਿੜਕਿਆ ਜਾਂਦਾ ਸੀ। ਇਸ ਤਰ੍ਹਾਂ ਕਹਿੰਦੇ ਜਿਹੜੇ ਉਹ ਕੋਈ ਰੰਗ ਨੂੰ ਸਿੱਟਣ ਵਾਲੇ ਹਨ ਡੱਬੇ ਜੇ, ਉਹਨਾਂ ਨੂੰ ਕੁਮਕਮੇ ਕਹਿੰਦੇ, ਗੁਲਾਲ ਨਾਲ ਭਰੇ ਹੋਏ। ਉਹ ਦੋਹਾਂ ਔਰਾਂ ਤੋਂ ਜਿਹੜੇ ਲੜ ਰਹੇ ਹਨ, ਇਹ ਕਹਿੰਦੇ ਮਾਨੋ ਇੱਕ ਦੂਸਰੇ ਉੱਪਰ ਉਹ ਕੁਮਕੁਮ ਰਾਹੀਂ ਕਹਿੰਦੇ ਰੰਗ ਪਾ ਰਹੇ, ਰੰਗ ਸਿੱਟ ਰਹੇ ਹਨ। ਮਾਰ ਮਾਰ ਕਰ ਗੀਤਨ ਗਾਵੇ ਹੈ। ਜਿਹੜੇ ਮਾਰ ਲੋ ਕਰਦੇ, ਮਾਨੋ ਕਹਿੰਦੇ ਹੋਲੀ ਦਾ ਗੀਤ ਗਾ ਰਹੇ ਹੈ। ਬਾਧਿਤ ਬਾਜਤ ਉਮਗ ਵਡਾਵੇ ਹੈ। ਜਿਹੜੇ ਬਾਜੇ ਵੱਜ ਰਹੇ ਹੈ, ਮਾਨੋ ਇਹ ਕਹਿੰਦੇ ਵ੍ਰਿਸ਼ਾ ਵਧਾ ਰਹੇ ਆਪੋ ਵਿੱਚ। ਤਬ ਨਿਰੰਗ ਕੋ ਲਸ਼ਕਰ ਭਾਗਾ। ਕਹਿੰਦੇ
ਜਿਹੜਾ ਔਰੰਗਜ਼ੇਬ ਦਾ ਫੌਜਾਂ ਦਾ ਦਲ ਸੀ ਉਹ ਭਜ ਤੁਰਿਆ ਹੈ। ਨਹੀਂ ਰਠੌਰਨ ਕੋ ਲੀਏ ਆਗਾ, ਜਿਹੜੇ ਰਠੌਰ ਰਾਜਪੂਤ ਸਨ ਉਹਨਾਂ ਦਾ ਅੱਗਾ ਨਹੀਂ ਲਿਆ, ਉਹਨਾਂ ਦਾ ਸਾਹਮਣਾ ਮੁਕਾਬਲਾ ਨਹੀਂ ਉਹ ਕਰ ਸਕੇ ਹਨ। ਕਾਤੁਰ ਹੋਏ ਪੀਠ ਦਿਖ ਰਾਈ, ਔਰੰਗਜ਼ੇਬ ਦੇ ਜਿੰਨੇ ਕਹਿੰਦੇ ਉਹ ਸੂਰਬੀਰ ਸੀ ਉਹ ਕਹਿਰ ਹੋਵੇ ਉਹਨਾਂ ਨੇ ਕਹਿੰਦੇ ਜੰਗ ਵਿੱਚ ਪਿੱਠ ਦਿਖਾ ਲਈ। ਤਮਕ ਤੇਗ ਕੀ ਸਹਿ ਨਾ ਸਕਾਈ, ਤਲਵਾਰ ਦੀ ਐਸੀ ਕਹਿੰਦੇ ਤੇਜ ਮਾਰ ਪਈ ਜਿਸ ਕਰਕੇ ਉਹ ਸਹਾਰ ਨਾ ਸਕੇ। ਛੋਰ ਲਾਜ ਭਾਗੇ ਜਬ ਹੇਰੇ, ਜਦੋਂ ਔਰੰਗਜ਼ੇਬ ਨੇ ਵੇਖਿਆ ਵੀ ਮੇਰੇ ਤਾਂ ਸੂਰਬੀਰ ਲੱਜਿਆ, ਇੱਜ਼ਤ ਵਿਰੋਧ ਛੱਡ ਕੇ ਸ਼ਰਮ ਛੱਡ ਕੇ ਭੱਜ ਤੁਰੇ ਹਨ। ਨੌਰੰਗ ਪਹੁੰਚ ਤੋਪ ਗਨ ਨੇਰੇ, ਉਸੇ ਵੇਲੇ ਜਿਹੜਾ ਔਰੰਗਜ਼ੇਬ ਹੈ ਜਿੱਥੇ ਉਹ ਤੋਪਖਾਨਾ ਸੀ, ਤੋਪ ਚਲਾਉਣ ਵਾਲੇ ਤੋਪਚੀ ਸੀ, ਉਹਨਾਂ ਦੇ ਕੋਲ ਛੇਤੀ ਪੁੱਜਿਆ ਹੈ। ਭਰ ਬਰੂਦ ਛੁਰਰੇ ਛੁਟਵਾਏ, ਉਸ ਵੇਲੇ ਕਹਿੰਦੇ ਤੋਪਾਂ ਵਿੱਚ ਬਰੂਰ ਜਾ ਭਰ ਕੇ ਉਂਝੀਓ ਛਰੜੇ ਜੇ ਛੁਟਵਾਏ, ਜਿਵੇਂ ਇਕੱਲੇ ਹੀ ਉਹ ਚਾਨਣ ਜਾ ਕਰਦਾ ਹੁੰਦਾ ਨਾ ਤੇ ਪਟਾਕਾ ਜਾ ਨਹੀਂ ਪੈਂਦਾ, ਮਾਰਦੀ ਨਹੀਂ ਕਰਦੀ ਹੁੰਦੀ, ਉਹ ਬਰੂਰ ਭਰਿਆ ਹੁੰਦਾ ਇਕੱਲੇ ਹੀ। ਜਿਵੇਂ ਅਨਾਰ ਹੈ, ਅਰਸ਼ਵਾਜੀਆਂ ਹਨ, ਹੋਰ ਕਈ ਇਸੇ ਤਰ੍ਹਾਂ ਛੁਰਲੀਆਂ ਜਿਹੀਆਂ ਹੁੰਦੀਆਂ, ਉਹਨਾਂ ਵਿੱਚੋਂ ਬਰੂਦ ਹੀ ਉੱਡਦਾ ਹੁੰਦਾ। ਇਸ ਤਰ੍ਹਾਂ ਕਹਿੰਦੇ ਉਹ ਛਰਲੇ ਜੇ ਛੁਟਵਾਏ ਹਨ ਬਰੂਦ ਦੇ, ਜਿਹਦੇ ਨਾਲ ਜਿੱਥੇ ਜੇ ਪੈਂਦੇ ਮਰਦਾ ਤਾਂ ਹੈ ਨਹੀਂ, ਉਹ ਜੀ ਜ਼ਖਮੀ ਹੋ ਜਾਂਦੇ ਹੁੰਦੇ ਹਨ। ਦਈ ਦਲੇਰੀ ਸੋ ਦਿਲ ਵਧਾਏ, ਆਪਣੇ ਸੂਰਬੀਰਾਂ ਨੂੰ ਕਹਿੰਦੇ ਦਲੇਰੀ ਦਿੱਤੀ ਆ, ਉਹਨਾਂ ਦੇ ਦਿਲ ਹੌਸਲੇ ਜੇ ਵਧਾਏ ਵੀ ਤਕੜੇ ਹੋ ਕੇ ਲੜੋ, ਆਪਾਂ ਇਹਨਾਂ ਨੂੰ ਮਾਰ ਭਜਾਣਾ ਹੈ। ਜਬ ਹੈ ਤੋਪ ਖਾਨਾ ਵੱਢ ਛੂਟਿਓ, ਜਦੋਂ ਕਹਿੰਦੇ ਔਰੰਗਜ਼ੇਬ ਦੇ ਉਹ ਤੋਪਚੀਆਂ ਕੋਲ ਜਾਣ ਕਰਕੇ ਬੜਾ ਭਾਰੀ ਤੋਪਖਾਨਾ ਛੁੱਟਿਆ ਹੈ, ਜਿਵੇਂ ਤੋਪਾਂ ਦੇ ਗੋਲੇ ਚੱਲੇ ਹਨ। ਰਾਠੌਰਨ ਕਹ ਕਰ ਜਨ ਟੂਟਿਓ, ਰਾਠੌਰਨ ਕਹ ਕਰ ਜਨ ਟੂਟਿਓ, ਜਾਣੀ ਜਿਹੜੇ ਕੋਈ ਰਠੌਰ ਰਾਜਪੂਤ ਸਨ ਉਹਨਾਂ ਦਾ ਕੜ ਹੀ ਟੁੱਟ ਗਿਆ ਹੈ। ਰਾਮ ਸਿੰਘ ਆਦਿਕ ਮਰ ਗਏ, ਉਹ ਤੋਪਾਂ ਦੇ ਗੋਲੇ ਚੱਲਣ ਕਰਕੇ ਜਿਹੜੇ ਰਾਮ ਸਿੰਘ ਆਦਿਕ ਰਠੌਰ ਸੀ ਉਹ ਤਾਂ ਵਿੱਚ ਹੀ ਮਰ ਗਏ ਹੈ। ਅਪਰ ਸੁਬਟ ਸਮਦਾਇਨ ਹੈ, ਉਸ ਤੋਂ ਬਗੈਰ ਹੋਰ ਜਿਹੜੇ ਸੂਰਬੀਰ ਸੀ ਬੜੇ ਭਾਰੀ ਤੋਪਾਂ ਨੇ ਕਹਿੰਦੇ ਮਾਰ ਦਿੱਤੇ, ਨਾਸ ਕਰ ਦਿੱਤੇ। ਰਹਿ ਗਏ ਦਿੱਲੀ ਕੇ ਉਮਰਾਵ, ਫੇਰ ਕੀ ਹੈ ਜਿਹੜੇ ਦਿੱਲੀ ਵਿੱਚ ਰਹਿਣ ਵਾਲੇ ਸੀ ਨਾ, ਮੌਜਾਂ ਲੁੱਟਣ ਵਾਲੇ ਉਮਰਾਵ ਰਹਿ ਗਏ ਜਿਉਂਦੇ। ਸਰਦ ਕਰਨ ਜੇ ਬੈਠੈ ਛਾਵ, ਜਿਹੜੇ ਕਹਿੰਦੇ ਠੰਡੇ ਥਾਂ ਕਹਿੰਦੇ ਛਾਂ ਦੇ ਵਿੱਚ ਕਹਿੰਦੇ ਘਰਾਂ ਵਿੱਚ ਬੈਠਣ ਵਾਲੇ ਸੀ, ਮੌਜਾਂ ਲੁੱਟਣ ਵਾਲੇ ਸਨ। ਸਭਾ ਵਿਖੇ ਜੇ ਬਨ ਠਨ ਆਵੈ, ਜਦੋਂ ਦਾਰਸ਼ਕੋ ਦੀ ਸਭਾ ਲੱਗਦੀ, ਕਚਹਿਰੀ ਬਣ ਲੱਗਦੀ ਸੀ, ਐ ਚੰਗੀ ਤਰ੍ਹਾਂ ਬਣ ਠਣ ਕੇ ਸਜ ਵੱਜ ਕੇ ਆ ਜਾਂਦੇ ਸਨ। ਜੋ ਸੰਕਟ ਕੁਛ ਸਹਿ ਨਾ ਸਕਾਵੈ, ਜਿਹੜੇ ਕੋਈ ਅਮਰਾਵ ਜਿਹੜਾ ਕੋਈ ਦੁੱਖ ਆ ਉਹ ਬਿਲਕੁਲ ਸਹਾਰਨਾ ਨਹੀਂ ਪਾਉਂਦੇ ਸਨ। ਕਿਤਕ ਨਰੰਗੇ ਕੇ ਢਾਬਦਾਰ, ਉਹਨਾਂ ਦੇ ਵਿੱਚੋਂ ਕਹਿੰਦੇ ਔਰੰਗਜ਼ੇਬ ਦੇ ਵੀ ਬਲਦੇ ਸਨ, ਤਰਫਦੇ ਸਨ। ਸੋ ਕੈਸੇ ਠਹਿਰੈ ਵਿਚਰਾਰ, ਓਏ ਜੰਗ ਜੁੱਧ ਦੀ ਲੜਾਈ ਦੇ ਵਿੱਚ ਭਲਾ ਕਿਸ ਤਰ੍ਹਾਂ ਠਹਿਰਨ, ਕਿਵੇਂ ਟਿਕਣ। ਪਾਸਾ ਕਰਨ ਲੱਗੇ ਜਬ ਸੋਏ, ਜਦੋਂ ਜਿਹੜੇ ਔਰੰਗਜ਼ੇਬ ਦੇ ਪੱਖੀ ਜੇ ਉਹ ਜੋ ਪਾਸਾ ਜਾ ਕਰਨ ਲੱਗ ਪਏ, ਪਾਸਾ ਜਾ ਵੱਟਣ ਲੱਗ ਪਏ। ਧੀਰਜ ਤਬ ਕਰ ਸਕ ਹੈ ਕੋਈ, ਫੇਰ ਬਾਕੀ ਜਿਹੜੇ ਸੂਰਬੀਰ ਉਹਨਾਂ ਨੇ ਕੀ ਕੋਈ ਧੀਰਜ ਕਰ ਸਕਣਾ ਹੈ, ਕੋਈ ਨਹੀਂ ਧੀਰਜ ਕਰਦਾ ਹੈ। ਲਸ਼ਕਰ ਹਟਿਓ ਨਰੰਗੇ ਕੇਰਾ, ਜਿਹੜਾ ਔਰੰਗਜ਼ੇਬ ਦਾ ਕਹਿੰਦੇ ਦਲ ਪਿੱਛੇ ਨੂੰ ਮੁੜਿਆ ਹੋਇਆ ਸੀ, ਹਟਿਆ ਹੋਇਆ ਸੀ। ਜਬ ਹੈ ਸਥਲ ਸ਼ਤਰੂ ਦਲ ਹੇਰਾ, ਜਦੋਂ ਉਸਨੇ ਕਹਿੰਦੇ ਦਾਰਸ਼ਕੋ ਆਪਣੇ ਬੈਰੀ ਦਾ ਜਿਹੜਾ ਦਲ ਹੈ ਥੋੜਾ ਜਿਹਾ ਢਿੱਲਾ ਦੇਖਿਆ ਵੀ ਤੋਪਾਂ ਦੀ ਮਾਰ ਖਾ ਕੇ ਭੱਜ ਤੁਰੇ ਹਨ। ਮਾਰ ਮਾਰ ਕਰ ਛੁੱਟੀ ਤੁਫੰਗ, ਮਾਰ ਦੋ ਕਹਿੰਦੇ ਆ ਹੋਇਆ ਫਿਰ ਬੰਦੂਕ ਕਹਿੰਦੇ ਚੱਲ ਪਈ ਹੈ। ਪਰੇ ਦੌਰ ਸਨਮੁਖ
ਮੁਖ ਵਿੱਚ ਜੰਗ। ਔਰੰਗਜ਼ੇਬ ਦੇ ਜਿਹੜੇ ਸੂਰਬੀਰ ਹੈ ਕਹਿੰਦੇ ਐ ਦੌੜ ਕੇ ਪਏ ਆ ਜੰਗ ਦੇ ਵਿੱਚ ਸਾਹਮਣੇ ਹੋ ਕੇ। ਭਾਜ ਭਰੀ ਤੁਜਨੀ ਗਨ ਇਤ ਕੋ। ਇਧਰਲੀ ਜਿਹੜੀ ਫੌਜ ਆ ਨਾ ਦਾਰਸ਼ਕੋ ਦੀ ਉਹਨੂੰ ਕਹਿੰਦੇ ਭਾਜੜ ਪੈ ਗਈ। ਠਹਿਰ ਨ ਸਕੀ ਧੀਰ ਤਜ ਚਿਤ ਕੋ। ਕੋਈ ਫੌਜ ਨਹੀਂ ਕਹਿੰਦੇ ਤੋਪਦਿਆਂ ਦੇ ਗੋਲੇ ਅੱਗੇ ਬੰਦੂਕਾਂ ਦੇ ਫੈਰਾਂਗੇ ਖੜ ਚੁੱਕੀ ਹੈ। ਚਿੱਦੀ ਧੀਰੇ ਛੱਡ ਦਿੱਤੀ ਹੈ। ਕੇਤਿਕ ਨੌਰੰਗੇ ਢਿਗ ਮਿਲੇ। ਕਈ ਕਹਿੰਦੇ ਔਰੰਗਜ਼ੇਬ ਦੇ ਕੋਲ ਜਾ ਮਿਲੇ ਹਨ। ਸੰਗਰ ਵਿਖੇ ਹੋਤ ਨਹਿ ਖਾਲੇ। ਆ ਜੰਗ ਜਦ ਵਿੱਚੋਂ ਖੜੇ ਹੀ ਨਹੀਂ ਹੋ ਰਹੇ ਐ ਸਗੋਂ ਸਿੱਧੇ ਔਰੰਗਜ਼ੇਬ ਨਾਲ ਜਾ ਮਿਲੇ। ਇਮ ਕਸੂਤ ਪਿਖਦਾਰ ਸ਼ਕੋ ਹੋ। ਇਸ ਤਰ੍ਹਾਂ ਕਸੂਤਾ ਜਾ ਕੰਮ ਹੋਇਆ ਦਾਰਸ਼ਕੋ ਨੇ ਵੇਖਿਆ ਹੈ। ਭੇਦ ਸੈਨ ਕੋ ਜਾਣਿਓ ਦਰੋਹ। ਮੇਰੀ ਜਿਹੜੀ ਫੌਜ ਹੈ ਉਹਦੇ ਵਿੱਚ ਭੇਦ ਪੈ ਗਿਆ ਹੈ, ਪਾਟਕ ਪੈ ਗਿਆ ਹੈ ਤੇ ਬੜਾ ਭਾਰੀ ਦਰੋਹ ਜਾਣਿਆ ਵੀ ਇਹ ਤਾਂ ਮੇਰੇ ਨਾਲ ਛਲ ਕਰ ਗਏ ਹਨ। ਆਸ ਨਾ ਹੋਇ ਮੁਝ ਦੇਹ ਪਕਰਾਈ। ਹਾਂ ਦਾਰਸ਼ਕੋ ਨੇ ਸੋਚਿਆ ਕਿਤੇ ਐਸੀ ਗੱਲ ਨਾ ਹੋਵੇ ਮੈਨੂੰ ਇਹ ਕਹਿੰਦੇ ਸਾਰੇ ਰਲ ਮਿਲ ਕੇ ਨਾ ਪਕੜਾਈ ਦੇਣ, ਫੜਵਾਈ ਦੇਣ, ਗ੍ਰਿਫਤਾਰ ਹੀ ਕਰਾ ਦੇਣ। ਇਹ ਨਰੰਗ ਹੈ ਦੁਸ਼ਟ ਵਡਾਈ। ਇਹ ਮੇਰਾ ਜਿਹੜਾ ਛੋਟਾ ਭਰਾ ਔਰੰਗਜ਼ੇਬ ਹੈ ਬਹੁਤ ਵੱਡਾ ਦੁਸ਼ਟ ਹੈ, ਭੈੜਾ ਹੈ। ਇਤਿਆਦਿਕ ਗਨ ਤਾਰਕ ਵਿਚਾਰ। ਇਹ ਸਵਾਲ ਲੈ ਕੇ ਦਾਰਸ਼ਕੋ ਨੇ ਤਰ੍ਹਾਂ ਤਰ੍ਹਾਂ ਦੀਆਂ ਦਲੀਲਾਂ ਜੀਆਂ ਸੋਚੀਆਂ ਵਿਚਾਰੀਆਂ। ਸਰਲ ਸੁਭਾਵ ਤਰਾਸ ਕੋ ਧਾਰ। ਕਿਉਂਕਿ ਜਿਹੜਾ ਸਵਾਲ ਸੀ ਇਸਦਾ ਸਰਲ ਨਿਰਸ਼ਲ ਨਿਸ਼ਕਪਟ ਸੀ, ਬੜਾ ਡਰ ਧਾਰਿਆ ਹੈ। ਚੱਲਿਓ ਭਾਜ ਡੇਰੇ ਲੱਗ ਆਏ। ਫਿਰ ਕੀ ਹੈ ਦਾਰਸ਼ਕੋ ਭੱਜ ਚੱਲਿਆ ਹੈ, ਜਿੱਥੇ ਦਾ ਡੇਰਾ ਤੰਬੂ ਜਾ ਲਾਇਆ ਉੱਥੋਂ ਤੱਕ ਆਇਆ ਹੈ। ਤਹ ਕੁਛ ਆਪਣੀ ਵਸਤ ਸੰਭਾਏ। ਉੱਥੇ ਆ ਕੇ ਆਪਣੀ ਜਿਹੜੀ ਖਾਸ ਜਿਹੜੀ ਵਸਤੂ ਉਹ ਸੰਭਾਲਣਾ ਕੀਤੀ ਇਸਨੇ। ਤੁਰਤ ਤਹਾਂ ਤੇ ਆਗੇ ਚੱਲਿਓ। ਉੱਥੋਂ ਆਪਣੇ ਤੰਬੂਆਂ ਤੋਂ ਡੇਰੇ ਤੋਂ ਵੀ ਬੜੀ ਛੇਤੀ ਅੱਗੇ ਨੂੰ ਚੱਲਿਆ ਹੈ। ਨਗਰ ਆਗਰੇ ਭੀ ਨਹਿ ਮਿਲਿਓ। ਕਹਿੰਦੇ ਆਗਰੇ ਸ਼ਹਿਰ ਵਿੱਚ ਵੀ ਆ ਕੇ ਆਪਣੇ ਪਿਓ ਸ਼ਾਹਜਹਾਂ ਨੂੰ ਵੀ ਇਹ ਮਿਲਿਆ ਨਹੀਂ ਦਾਰਸ਼ਕੋ। ਦਿੱਲੀ ਦੇਸ਼ ਕੋ ਮੁਖ ਕਰ ਦੌਰਾ। ਕਹਿੰਦੇ ਦਿੱਲੀ ਦੀ ਤਰਫ ਨੂੰ ਮੂੰਹ ਜਾ ਕਰਕੇ ਭਜਿਆ ਹੈ। ਸਭ ਕੁਛ ਤਜਿਓ ਤੋ ਜਿਹ ਠੌਰਾ। ਜਿਸ ਜਗ੍ਹਾ ਤੇ ਕਹਿੰਦੇ ਸਾਜੋ ਸਮਾਨ ਸੀ ਉਹ ਸਾਰਾ ਕੁਝ ਉੱਥੇ ਹੀ ਇਹਨੇ ਛਡਾ ਦਿੱਤਾ ਹੈ। 12 ਸੰਗ ਸੌਰ ਸੋ ਆਏ। ਸਿਰਫ ਕਹਿੰਦੇ ਜਿਹੜੇ 12 ਘੋੜ ਸਵਾਰ ਦੇ ਨਾਲ ਆਏ ਹਨ। ਵੱਡ ਮੰਜ਼ਲ ਕਰਤੇ ਸ਼ਰਮ ਪਾਏ। ਉਹ ਵੀ ਬੜੀਆਂ ਤਕੜੀਆਂ ਮੰਜ਼ਲਾਂ ਕਰਦੇ ਆ। 12 ਕੋਹ ਦੀ ਇੱਕ ਮੰਜ਼ਿਲ ਹੁੰਦੀ ਹੈ, ਜਾਨੀ ਜ਼ਿਆਦਾ ਰਸਤਾ ਤੈਅ ਕਰਦੇ ਆ, ਥੱਕ ਪਾਏ ਹਨ। ਦੇਖੋ ਸ੍ਰੀ ਪਰਮੇਸ਼ਰ ਭਾਨੋ। ਕਵੀ ਜੀ ਕਹਿੰਦੇ ਦੇਖ ਲੋ ਵੀ ਪਰਮੇਸ਼ਰ ਦਾ ਐਸਾ ਭਾਣਾ ਹੈ। ਜੋ ਸਮਾਜ ਮਹਿ ਮਹਿਦ ਮਹਾਨ। ਜਿਹੜਾ ਦਾਰਸ਼ਕੋ ਬੜਾ ਸਾਜੋ ਸਮਾਨ ਵਿੱਚ ਮਹਾਨ ਤੋਂ ਮਹਾਨ ਹੈ ਸੀ। ਇੱਕ ਦਿਨ ਮਹਿ ਤਿਸ ਆਸਗਤ ਹੋਈ। ਉਸ ਦਾਰਸ਼ਕੋ ਦੀ ਇੱਕ ਦਿਨ ਵਿੱਚ ਆ ਹਾਲਤ, ਐਸੀ ਹਾਲਤ ਹੋ ਗਈ। ਨਿਕਟ ਤਿਆਗ ਗਮਨੇ ਸਭ ਕੋਈ। ਨੇ ਕਹਿੰਦੇ ਨੇੜੇ ਰਹਿਣ ਵਾਲੇ ਸੀ ਉਹ ਸਭ ਛੱਡ ਕੇ ਔਰੰਗਜ਼ੇਬ ਕੋਲ ਚਲੇ ਗਏ। ਦਿੱਲੀ ਦੁਰਗ ਮਝਾਰ ਪ੍ਰਵੇਸ਼ਾ। ਦਾਰਸ਼ਕੋ ਕਹਿੰਦੇ ਦਿੱਲੀ ਆ ਕੇ ਉੱਥੇ ਜਿਹੜਾ ਕਿਲਾ ਸੀ ਉਹਦੇ ਵਿੱਚ ਹੀ ਵੜ ਗਿਆ ਹੈ। ਅਤ ਚਿੰਤਾ ਤੁਰ ਤਜਿਓ ਅਸ਼ੇਸ਼ਾ। ਬੜੇ ਚਿੰਤਾ ਵਿੱਚ ਵਿਆਕੁਲ ਹੋਇਆ ਨੇ ਸਾਰਾ ਕੁਝ ਇੱਥੇ ਹੀ ਛੱਡ ਦਿੱਤਾ ਹੈ। ਉਤ ਨਾਰੰਗ ਕਰ ਫਤਿਹ ਲੜਾਈ। ਉਧਰ ਜਿਹੜਾ ਔਰੰਗਜ਼ੇਬ ਹੈ ਜੰਗ ਵਿੱਚ ਕਹਿੰਦੇ ਲੜਦਿਆਂ ਫਤਿਹ ਕਰ ਪ੍ਰਾਪਤ ਕਰਕੇ ਅਨਕ ਧੁੰਦ ਵੀ ਮਹਿਦ ਬਜਾਈ। ਆ ਖੁਸ਼ੀ ਦੇ ਵਿੱਚ ਅਨੇਕਾਂ ਜਿਹੜੀਆਂ ਧੌਂਸੇ ਨਗਾਰੇ ਬਜਵਾਏ ਇਸਨੇ। ਦਾਰਸ਼ਕੋ ਹੋ ਸਿਵਰ ਜਹ ਕਾਲਾ। ਜਿੱਥੇ
ਚੰਬਲ ਨਦੀ ਦੇ ਕਿਨਾਰੇ ਉੱਪਰ ਦਾਰਸ਼ਕੋ ਇਹਦੇ ਵੱਡੇ ਭਰਾ ਨੇ ਡੇਰਾ ਪਾਇਆ ਹੋਇਆ ਸੀ। ਆਏ ਠਾੜ ਤਹਿ ਹਰਖ ਵਿਸਾਲਾ, ਉੱਥੇ ਔਰੰਗਜ਼ੇਬ ਆ ਕੇ ਖੁੜਕ ਖੜਾ ਹੋਇਆ ਬੜੀ ਖੁਸ਼ੀ ਸਹਿਤ। ਸਕਲ ਸਮਾਜ ਸਕੇਲਿਓ ਤਹਾਂ, ਜਿੰਨਾ ਦਾਰਸ਼ਕੋ ਦਾ ਸਾਜੋ ਸਮਾਨ ਸੀ ਉਹ ਸਾਰਾ ਇਹ ਔਰੰਗਜ਼ੇਬ ਨੇ ਉੱਥੋਂ ਇਕੱਠਾ ਕਰ ਲਿਆ। ਭਈ ਨਿਸਾਕਾਰ ਬਾਸਾ ਰਹਾ, ਇੱਥੇ ਇਹਨੂੰ ਰਾਤ ਹੋਈ ਤੇ ਇੱਥੇ ਨਿਵਾਸ ਕਰਕੇ ਰਾਤ ਨੂੰ ਟਿਕਾ ਰਿਹਾ। ਓਮ ਰਾਵਨ ਕਹ ਦੇ ਬਖਸ਼ੀਸ, ਜਿਹੜੇ ਆਪਣੇ ਅਮਰਾਵ ਸੀ ਹੋਰ ਜਿਹੜੇ ਅੰਤਰ ਖਾਤੇ ਦਰਸ਼ਕੋ ਦੇ ਵੀ ਅਮਰਾਵ ਸੀ ਇਹਦੇ ਵੱਲ ਦੇ ਉਹਨਾਂ ਨੂੰ ਬਖਸ਼ਾਂ ਦਿੱਤੀਆਂ, ਨਾਮ ਦਿੱਤੇ ਹਨ। ਹੀਰਨ ਮੁਕਤਾ ਗਨ ਦਿਪਤੀਸ, ਹੀਰੇ ਵੀ ਮੋਤੀ ਵੀ ਬਹੁਤ ਜੋ ਬੜੇ ਪ੍ਰਕਾਸ਼ ਦੇ ਸਨ, ਚਮਕਦੇ ਦਮਕਦੇ ਸਨ। ਤਾਤੇ ਕਰਿਓ ਨਰੰਗੇ ਕੂਚ, ਚੰਬਲ ਨਦੀ ਦੇ ਘਾਟੇ ਦੇ ਉੱਪਰ ਕਹਿੰਦੇ ਸੋ ਜੋ ਸਾਜੋ ਸਮਾਨ ਸੀ ਲੈ ਕੇ ਨਾ ਦਰਸ਼ਕੋ ਦਾ ਰੰਗੇ ਨੇ ਉੱਥੋਂ ਕੂਚ ਕਰ ਦਿੱਤਾ, ਉੱਥੋਂ ਚਾਲਾ ਮਾਰਿਆ। ਨਗਰ ਆਗਰੇ ਆਨ ਪਹੂਚ, ਬਸ ਸਿੱਧਾ ਕਹਿੰਦੇ ਆਗਰੇ ਸ਼ਹਿਰ ਆ ਪਹੁੰਚਾ ਹੈ। ਸਭ ਉਮਰਾਵ ਮਿਲੇ ਸੰਗ ਆਏ, ਜਿਹੜੇ ਸ਼ਾਹਜਹਾਂ ਦੇ ਉਮਰਾਵ ਸੀ ਉਹ ਸਾਰੇ ਆ ਕੇ ਔਰੰਗਜ਼ੇਬ ਨੂੰ ਆ ਮਿਲੇ। ਭੇ ਅਨੁਸਾਰ ਜੋਰ ਇਸ ਪਾਏ, ਇਸ ਔਰੰਗਜ਼ੇਬ ਦਾ ਬਲ ਪਾਇਆ ਦੇਖ ਕਰਕੇ ਸਾਰੇ ਇਹਦੇ ਅਨੁਸਾਰੀ ਹੋ ਗਏ। ਸ਼ਾਹ ਜਹਾਂ ਤਹਿ ਪਰਿਓ ਬਿਮਾਰੀ, ਇਧਰ ਕਹਿੰਦੇ ਆਗਰੇ ਸ਼ਹਿਰ ਦੇ ਜਿਹੜਾ ਸ਼ਾਹਜਹਾਂ ਬਿਮਾਰ ਪਿਆ ਹੋਇਆ ਸੀ। ਨਜ਼ਰ ਬੰਦ ਕੀਨਸ ਦਲ ਭਾਰੀ, ਭਾਰੀ ਦਲ ਦੇ ਨਾਲ ਕਹਿੰਦੇ ਇਸ ਨੂੰ ਨਜ਼ਰਬੰਦ ਕਰ ਲਿਆ, ਕੈਦ ਵਿੱਚ ਕਰ ਲਿਆ ਹੈ। ਪਿਤਾ ਜਾਨ ਨਹਿ ਰਾਖ ਵਡਾਈ, ਤੇ ਮੇਰਾ ਇਹ ਸ਼ਾਹਜਹਾਂ ਪਿਓ ਹੈ, ਇਉਂ ਵੀ ਜਾਣ ਕੇ ਨਹੀਂ ਕੋਈ ਵਡਿਆਈ ਨਹੀਂ ਰੱਖੀ ਇਸ ਦੀ। ਕਰਿਓ ਕੈਦ ਔਰ ਵੱਡ ਦੁਸ਼ਟਾਈ, ਕਿਉਂਕਿ ਬੜਾ ਹਿਰਦੇ ਦਾ ਦੁਸ਼ਟ ਸੀ ਵੱਡਾ, ਕਹਿੰਦੇ ਇਸ ਤਰ੍ਹਾਂ ਪਿਓ ਨੂੰ ਵੀ ਕੈਦ ਕਰ ਲਿਆ ਔਰੰਗਜ਼ੇਬ ਨੇ। ਪੁੰਨ ਕੋ ਪੇਚ ਚਿਤਵਿਓ ਮਤ ਮੰਦ, ਫਿਰ ਜਿਹੜਾ ਭੈੜੀ ਮੱਤ ਵਾਲਾ ਔਰੰਗਜ਼ੇਬ ਇਸ ਨੇ ਖੋਟਾ ਦਾ ਕਾ ਸੋਚਿਆ ਵਿਚਾਰਿਆ। ਭਰਾਤ ਮੁਰਾਦ ਬਖਸ਼ ਦਲ ਬ੍ਰਿੰਦ, ਜਿਹੜਾ ਇਹਦਾ ਛੋਟਾ ਭਰਾ ਸੀ ਨਾ ਮੁਰਾਦ ਬਖਸ਼ ਬਹੁਤੇ ਦਲ ਸਹਿਦ ਸੀ। ਦਾਰਸ਼ ਕੋ ਹੋ ਸੰਗ ਇੱਕ ਹੋਏ, ਇਹ ਮਨ ਵਿੱਚ ਖਿਆਲ ਕੀਤਾ ਵੀ ਜਿਹੜਾ ਮੇਰਾ ਛੋਟਾ ਭਰਾ ਹੈ ਦਾਰਸ਼ਕੋ ਦੇ ਨਾਲ ਮਿਲ ਕੇ ਇੱਕ ਮਿਕ ਹੋ ਕੇ ਬਿਗਰ ਪਰਹਿ ਨਹਿ ਮੁਝ ਸੋ ਦੋਏ, ਇਹ ਦੋਵੇਂ ਭਰਾ ਮੁਰਾਦ ਬਖਸ਼ ਤੇ ਦਾਰਸ਼ਕੋ ਮੇਰੇ ਨਾਲ ਕਿਤੇ ਔਰੰਗਜ਼ੇਬ ਨਾਲ ਵਿਗੜ ਪੈਣ। ਕਪਟ ਠਾਨ ਤਿਸ ਕੋ ਗਹਿ ਲਿਓ, ਛਲ ਫਰੇਬ ਜਾ ਕਰਕੇ ਤੇ ਆਪਣੇ ਛੋਟੇ ਭਰਾ ਮੁਰਾਦ ਬਖਸ਼ ਨੂੰ ਵੀ ਇਹਨੇ ਪਕੜ ਲਿਆ ਹੈ। ਜੋ ਇਸ ਕੇਰ ਸਹਾਇਕ ਭਇਓ, ਜਿਹੜਾ ਕਹਿੰਦੇ ਜੰਗ ਜੁੱਧ ਵਿੱਚ ਕਹਿੰਦੇ ਇਹਦਾ ਸਹਾਇਕ ਹੋਇਆ ਸੀ ਨਾ ਛੋਟਾ ਭਰਾ, ਉਹਨੂੰ ਵੀ ਇਹਨੇ ਫੜ ਲਿਆ, ਕਾਬੂ ਕਰ ਲਿਆ ਹੈ। ਦੋਨਾਂ ਗਹਿ ਲੀਨਸ ਕਰ ਗਾਡੇ, ਚੰਗੀ ਤਰ੍ਹਾਂ ਕਹਿੰਦੇ ਮਜ਼ਬੂਤੀ ਕਰਕੇ ਪਿਓ ਨੂੰ ਵੀ ਤੇ ਛੋਟੇ ਭਰਾ ਨੂੰ ਵੀ ਫੜ ਲਿਆ ਹੈ। ਸ਼ਸਤਰ ਗਹੇ ਗਨ ਭਟ ਰਹਿ ਠਾਡੇ, ਸ਼ਸਤਰ ਫੜ ਕੇ ਪਿਓ ਤੇ ਭਰਾ ਦੇ ਇਰਦ ਗਿਰਦ ਕਹਿੰਦੇ ਸੂਰਬੀਰ ਖੜੇ ਰਹਿੰਦੇ। ਨਿਜ ਅਨੁਸਾਰ ਕਰੇ ਦਲ ਤੀਨੋ, ਤਿੰਨੇ ਦਲ ਆਪਣਾ ਦਲ ਵੀ ਮੁਰਾਦ ਬਖਸ਼ ਦਾ ਵੀ ਸ਼ਾਹਜਹਾਂ ਪਿਓ ਦਾ ਵੀ ਤਿੰਨੇ ਦਲ ਆਪਣੇ ਕੰਟਰੋਲ ਵਿੱਚ ਕਰ ਲਏ ਇਸ ਨੇ। ਪੁਨਹ ਕੂਚ ਦਲ ਕਰ ਦੀਨੋ, ਫਿਰ ਤਿੰਨੇ ਦਲ ਲੈ ਕੇ ਇੱਥੋਂ ਕਹਿੰਦੇ ਆਗਰੇ ਤੋਂ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਇਸ ਨੇ। ਦਿੱਲੀ ਕੇ ਸਨਮੁਖ ਹੋਏ ਗਮਨਾ, ਜਿਹੜਾ ਔਰੰਗ ਜਾਵੇ ਤਿੰਨੇ ਦਲਾਂ ਸਹਿਤ ਹੋ ਕੇ ਦਿੱਲੀ ਨੂੰ ਮੂੰਹ ਕਰਕੇ ਸਾਹਮਣੇ ਨੂੰ ਮੂੰਹ ਕਰਕੇ ਚੱਲਿਆ ਹੈ। ਪਾਤਸ਼ਾਹਨ ਕੇ ਜਹ ਬਹੁ ਭਵਨਾ, ਜਿੱਥੇ ਦਿੱਲੀ ਸ਼ਹਿਰ ਵਿੱਚ ਪਾਤਸ਼ਾਹੀ ਬੜੇ ਬੜੇ ਮਹਿਲ ਮਹਾਨ ਹਨ, ਬੜੇ ਬੜੇ ਮਕਾਨ ਹਨ, ਘਰ ਹਨ। ਦਾਰਸ਼ ਕੋ ਹੋ ਸਕੇਲੀ ਸੈਨ, ਇਧਰ ਜਿਹੜਾ ਦਾਰਸ਼ਕੋ ਹੈ ਇਸਨੇ ਜਿਹੜੀ ਕੋਈ ਫੌਜ ਇਕੱਠੀ ਕੀਤੀ ਹੋਈ ਹੈ, ਜਾਂ ਤੇ ਤਰਾਸ ਧਾਰ ਦਿਨ ਰੈਨ। ਇਸ ਕਰਕੇ ਜਿਹੜਾ ਔਰੰਗਜ਼ੇਬ ਹੈ ਇਹਦੇ ਵੱਲੋਂ ਡਰ ਜਾਤਾ ਹੈ ਵੀ ਜੋ ਇਹਨੇ ਫੌਜ ਇਕੱਠੀ ਕੀਤੀ ਤੇ ਹੋਰ ਜੇ ਇਕੱਠੀ ਕਰ ਲਵੇਗਾ। ਸ਼ੀਗਰ ਬਾਹਨੀ
ਕਾਰ ਸਮੁਦਾਈ। ਇਸ ਕਰਕੇ ਬਹੁਤੀ ਕਾਹਲੀ ਨਾਲ ਫੌਜੀ ਕਰਕੇ ਦਿੱਲੀ ਗਾਹਾਂ ਜਾਏ ਵੱਡ ਭਾਈ। ਜਿਹੜਾ ਵੱਡਾ ਭਰਾ ਹੈ ਉਹਨੂੰ ਦਿੱਲੀ ਵੀ ਜਾ ਕੇ ਉਹਦੇ ਫੌਜ ਇਕੱਠੀ ਕਰਨ ਤੋਂ ਪਹਿਲਾਂ ਮੈਂ ਜਾ ਕੇ ਫੜ ਲਵਾਂ। ਦਾਰਸ਼ਕੋਹ ਸੁਨਿਓ ਕਰ ਤਰਾਸਾ। ਜਦੋਂ ਦਾਰਸ਼ਕੋ ਨੇ ਸੁਣਿਆ ਵੀ ਔਰੰਗਜ਼ੇਬ ਤਾਂ ਛੋਟੇ ਭਰਾ ਨੂੰ ਗ੍ਰਿਫਤਾਰ ਕਰਕੇ ਪਿਓ ਨੂੰ ਕੈਦ ਕਰਕੇ ਹੁਣ ਮੇਰੇ ਵੱਲ ਆ ਗਿਆ ਤਾਂ ਫਿਰ ਬਹੁਤ ਡਰਿਆ ਹੈ। ਜਹ ਓਮ ਰਾਵਣ ਨਹਿ ਭਰਵਾਸਾ। ਇਸ ਦਾਰਸ਼ਕੋ ਨੂੰ ਆਪਣੇ ਅਹਿਲਕਾਰਾਂ ਮਰਾਵਾ ਹੁਣ ਯਕੀਨ ਨਹੀਂ ਰਿਹਾ ਸੀ। ਨਹੀਂ ਗਹਾਏ ਦੇਹ ਮਿਲ ਸਾਰੇ। ਦਾਰਸ਼ਕੋ ਨੇ ਸੋਚਿਆ ਵਿਚਾਰਿਆ ਵੀ ਸਾਰੇ ਮਿਲ ਮੁਲ ਕੇ ਕਿਤੇ ਮੈਨੂੰ ਮਨਾ ਔਰੰਗਜ਼ੇਬ ਨੂੰ ਇਹ ਪਕੜਾ ਦੇਣ। ਜਾਂ ਤੇ ਨਿਕਸ ਚੱਲਿਓ ਡਰ ਧਾਰੇ। ਇਸ ਕਰਕੇ ਦਾਰਸ਼ਕੋ ਡਰ ਧਾਰਦਾ ਹੋਇਆ ਕਹਿੰਦੇ ਦਿੱਲੀ ਚੋਂ ਨਿਕਲ ਤੁਰਿਆ ਹੈ। ਬ੍ਰਿੰਦ ਜਵਾਹਰ ਜਾਹਰ ਜੋਤ। ਜਿਨ੍ਹਾਂ ਦੀ ਸ਼ੋਭਾ ਕਹਿੰਦੇ ਪ੍ਰਗਟ ਹੋ ਰਹੀ ਹੈ ਬਹੁਤੇ ਜਵਾਹਰਾਦਿਕ। ਚੌਹ ਦਿਸ਼ ਮਹਿ ਪ੍ਰਕਾਸ਼ ਜਿਨ ਹੋਤ। ਜਿਨ੍ਹਾਂ ਜਵਾਹਰਾਂ ਦਾ ਚਾਰ ਸਵੇਰੇ ਬੜਾ ਚਾਨਣ ਹੁੰਦਾ ਸੀ। ਸਰਬ ਨਿਕਾਸ ਸੰਗ ਲੈ ਚੱਲਿਓ। ਉਹ ਸਾਰੇ ਚੰਗੇ ਪਰਮਾਸ਼ਮੀ ਜਿਹੜੇ ਜਵਾਹਰ ਹਨ ਉਹ ਕੱਢ ਕੇ ਖਜ਼ਾਨੇ ਚੋਂ ਲੈ ਕੇ ਨਾਲ ਚੱਲ ਪਿਆ ਹੈ। 5000 ਸੁਬਟ ਗਨ ਮਿਲਿਓ। ਦਿੱਲੀ ਵਿੱਚੋਂ ਜਿਹੜਾ 5000 ਸੂਰਵੀਰ ਆ ਉਹ ਇਹਦੇ ਨਾਲ ਮਿਲਿਆ। ਬਾਕੀ ਸਭ ਔਰੰਗਜ਼ੇਬ ਦੇ ਪੱਖੀ ਹੋ ਗਏ। ਕਰੇ ਕੂਚ ਗੰਗਾ ਦਿਸ਼ ਗਇਓ। ਦਿੱਲੀ ਤੋਂ ਕੂਚ ਕਰਕੇ ਕਹਿੰਦੇ ਗੜ ਗੰਗਾ ਦੀ ਤਰਫ ਨੂੰ ਗਿਆ ਹੈ। ਤਹਾ ਜਾਏ ਕੁਛ ਠਹਿਰਤ ਪਇਓ। ਉੱਥੇ ਗੜ ਗੰਗਾ ਤੇ ਜਾ ਕੇ ਥੋੜਾ ਬਹੁਤਾ ਇਹ ਠਹਿਰਿਆ ਟਿਕਿਆ ਹੈ। ਗਿਰਨ ਵਿਖੈ ਸ੍ਰੀ ਨਗਰ ਜੋ ਪੁਰ ਹੈ। ਪਹਾੜਾਂ ਦੇ ਵਿਚਕਾਰ ਜਿਹੜਾ ਸ੍ਰੀਨਗਰ ਸ਼ਹਿਰ ਹੈ ਜਿਹੜਾ ਹੁਣ ਵੀ ਹੈ। ਜਦੋਂ ਹੇਮਕੁੰਡ ਨੂੰ ਜਾਈਏ ਰਸਤੇ ਵਿੱਚ ਸ੍ਰੀਨਗਰ ਆਉਂਦਾ ਹੈ। ਇੱਕ ਤਾਂ ਇਧਰ ਨਾ ਕਸ਼ਮੀਰ ਬੰਨੀ ਸ੍ਰੀਨਗਰ, ਇੱਧਰ ਇੱਕ ਪਹਾੜਾਂ ਵਿੱਚ ਵੀ ਹੈ ਜਿਸਨੂੰ ਟਟੀਰੀ ਦੀ ਰਿਆਸਤ ਕਿਹਾ ਜਾਂਦਾ ਹੈ। ਤਹ ਪਹੁੰਚਨ ਕੋ ਇੱਛਾ ਧਰ ਹੈ। ਉੱਥੇ ਸ੍ਰੀਨਗਰ ਪਹਾੜਾਂ ਵਾਲੇ ਸ਼ਹਿਰ ਵਿੱਚ ਪੁੱਜਣ ਦੀ ਇੱਛਾ ਰੱਖ ਰਿਹਾ ਹੈ। ਦਾਰਸ਼ਕੋ ਲੈ ਸੈਨਾ ਤਹ ਜਾਏ ਪਹੁੰਚੇ। 5000 ਜਿਹੜੀ ਫੌਜ ਨੂੰ ਨਾਲ ਲੈ ਕੇ ਸ੍ਰੀਨਗਰ ਸ਼ਹਿਰ ਜਾ ਪੁੱਜਿਆ ਹੈ। ਦੁਰਗ ਚੁਗਿਰਦੇ ਘਿਰ ਗਨ ਉੱਚੇ। ਕਿਉਂਕਿ ਜਿਹੜਾ ਇਹ ਕਿਲਾ ਹੈ ਇਹਦੇ ਇਰਦ ਗਿਰਦ ਬੜੇ ਉੱਚੇ ਉੱਚੇ ਪਹਾੜ ਹਨ। ਕਿਤਕ ਕਾਲ ਤਹ ਕਰ ਕੈ ਬਾਸ। ਸ੍ਰੀਨਗਰ ਸ਼ਹਿਰ ਦੇ ਵਿੱਚ ਜਿਹੜਾ ਕਿਲਾ ਉਹਦੇ ਵਿੱਚ ਕੁਝ ਕੁ ਦਿਨ ਦਾਰਸ਼ਕੋ ਨੇ ਨਿਵਾਸ ਕੀਤਾ ਹੈ। ਸੁਖ ਸੋ ਰਹਿਓ ਛੋਰ ਔਰ ਤਰਾਸ। ਆਪਣੇ ਛੋਟੇ ਭਰਾ ਦਾ ਹਿਰਦੇ ਵਿੱਚ ਡਰ ਭੈ ਛੱਡ ਕੇ ਸੁਖ ਦੇ ਨਾਲ ਟਿਕਿਆ ਰਿਹਾ ਹੈ। ਸ੍ਰੀਨਗਰੇਸ਼ਵਰ ਤਬੈ ਵਿਚਾਰਾ। ਉਧਰ ਜਿਹੜਾ ਕਹਿੰਦੇ ਸ੍ਰੀਨਗਰ ਸ਼ਹਿਰ ਦਾ ਰਾਜਾ ਸੀ ਉਸਨੇ ਸੋਚਿਆ ਵਿਚਾਰਿਆ ਹੈ। ਬਰਾਬਾਦ ਹੋਏ ਦੇਸ਼ ਹਮਾਰਾ। ਇਹ ਦਾਰਸ਼ਕੋ 5000 ਦਲ ਲੈ ਕੇ ਆ ਇੱਥੇ ਪ੍ਰਵੇਸ਼ ਹੋਇਆ ਟਿਕਿਆ। ਇਹਦੇ ਨਾਲ ਤਾਂ ਮੇਰਾ ਇਲਾਕਾ ਬਰਬਾਦ ਹੋ ਜਾਏਗਾ। ਕ੍ਰਿਖੀ ਉਜਾਰੈ ਹੈ ਫਿਰ ਕਰ ਸਾਰੇ। ਜਿਹੜੇ 5000 ਘੋੜ ਸਵਾਰ ਸੂਰ ਹੈ ਫਿਰ ਤੁਰ ਕੇ ਖੇਤੀ ਉਜਾੜੀ ਜਾਂਦੇ। ਉਜਰ ਜਾਹ ਦਿਨ ਕਿਤਕ ਮਝਾਰੇ। ਜੇ ਦਾਰਸ਼ਕੋ ਇੱਥੇ ਟਿਕਿਆ ਰਾ ਕੁਝ ਦਿਨਾਂ ਵਿੱਚ ਸਾਰੀ ਖੇਤੀ ਉਜੜ ਜਾਏਗੀ। 5000 ਤੁਰੰਗਮ ਪਰਿਓ। ਕਿਉਂਕਿ ਸ੍ਰੀਨਗਰ ਸ਼ਹਿਰ ਦੇ ਵਿੱਚ 5000 ਫੌਜਾਂ ਦਾ ਦਲ ਘੋੜਾ ਸਵਾਰ ਆ ਟਿਕਿਆ ਹੈ। ਗਜ ਸਮੁਦਾਏ ਸੁਆਨ ਉਤਰਿਓ। ਬਹੁਤੇ ਹਾਥੀਆਂ ਦੇ ਸਹਿਤ ਇੱਥੇ ਆ ਉਤਰਿਆ ਦਾਰਸ਼ਕੋ। ਪ੍ਰਜਾ ਭਈ ਸਭ ਰੀਤ ਦਿਖਾਈ। ਇਸ ਕਰਕੇ ਜਿੰਨੀ ਇਹਦੀ ਪ੍ਰਜਾ ਸੀ ਉਹ ਸਭ ਤਰ੍ਹਾਂ ਦੀ ਰੀਤੀ ਕਰਕੇ ਦੁੱਖ ਵਾਲੀ ਹੋ ਗਈ, ਦੁਖੀ ਹੋ ਗਈ। ਕੇਤਕ ਹੋਏ ਗ੍ਰਾਮ ਉਜਾਰੀ। ਕੁਝ ਜਿਹੜੇ ਪਿੰਡ ਹੈ ਉਹ ਵੀ ਕਹਿੰਦੇ ਉਜਾੜ ਹੋ ਗਏ, ਉਜੜ ਗਏ ਹਨ। ਇਮ ਵਿਚਾਰ ਗਿਰਪਤ ਨੇ ਕਹਿਓ। ਇਸ ਤਰ੍ਹਾਂ ਦੀ ਵਿਚਾਰ ਕਰਕੇ ਜਿਹੜਾ ਇਹ ਸ੍ਰੀਨਗਰ ਦਾ ਰਾਜਾ ਹੈ
ਨਾ ਉਸਨੇ ਦਾਰਸ਼ਕੋ ਨੂੰ ਕਿਹਾ ਹੈ। ਦਾਰਸ਼ਕੋ ਸੁਨਿਓ ਮਨ ਲਹਿਓ। ਦਾਰਸ਼ਕੋ ਨੇ ਸ੍ਰੀ ਨਗਰ ਰਾਜੇ ਦੀ ਗੱਲ ਸੁਣੀ, ਮਨ ਦੇ ਵਿੱਚ ਜਾਣਿਆ ਹੈ ਵੀ ਇਹ ਠੀਕ ਕਹਿੰਦਾ, ਇੱਥੇ ਰਹਿਣ ਨਾਲ ਤਾਂ ਸਾਰਾ ਇਲਾਕਾ ਇਹਦਾ ਉਜੜ ਜਾਏਗਾ ਵਿਚਾਰੇ ਦਾ। ਨਹਿ ਹੋਵੈ ਇਸ ਥਾਨ ਗੁਜ਼ਾਰਾ। ਸੋਚਦਾ ਦਾਰਸ਼ਕੋ ਵੀ ਬਹੁਤਾ ਸਮਾਂ ਤਾਂ ਇੱਥੇ ਰਹਿ ਕੇ ਮੇਰਾ ਗੁਜ਼ਾਰਾ ਨਹੀਂ ਹੋ ਸਕਦਾ ਹੈ। ਉਤਰਨ ਚਾਹਿਓ ਦੇਸ਼ ਮਝਾਰਾ। ਇਸ ਕਰਕੇ ਜਿਹੜਾ ਪੱਧਰਲਾ ਇਲਾਕਾ ਹੈ ਨਾ, ਉਧਰ ਨੂੰ ਕਹਿੰਦੇ ਪਹਾੜ ਲੰਘ ਕੇ ਨੇ ਉਤਰਨਾ ਚਾਹਿਆ ਵੀ ਪੱਧਰੇ ਇਲਾਕੇ ਵਿੱਚ ਮੈਂ ਚਲਾ ਜਾਵਾਂ। ਸੇਵਕ ਕੂਚ ਤੇ ਕੀਅਸ ਪਿਆਨਾ। ਸਿਵਰ ਕੂਚ ਤੇ ਕੀਅਸ ਪਿਆਨਾ। ਜਿੱਥੇ ਦਾ ਸ੍ਰੀਨਗਰ ਸ਼ਹਿਰ ਵਿੱਚ ਸਿਵਰ ਕੀਤਾ, ਡੇਰਾ ਲਾਇਆ ਸੀ, ਉੱਥੇ ਨੂੰ ਕਹਿੰਦੇ ਚੱਲਣਾ ਕੀਤਾ ਹੈ। ਸਨੇ ਸਨੇ ਚੱਲ ਮਗ ਗਿਰ ਥਾਨਾ। ਜਿਹੜੇ ਪਹਾੜਾਂ ਦੇ ਰਸਤੇ ਹੈ ਨਾ, ਵਿਖੜੇ ਉੱਚੇ ਨੀਵੇਂ, ਉਹਦੇ ਵਿੱਚ ਹੌਲੀ ਹੌਲੀ ਚੱਲਣਾ ਕੀਤਾ ਹੈ। ਕਿਤਕ ਦਿਵਸ ਨਹਿ ਚੱਲ ਕਰ ਆਵਾ। ਪਹਾੜਾਂ ਦੇ ਰਸਤੇ ਚਲਦਾ ਚਲਾਉਂਦਾ ਹੋਇਆ ਕੁਝ ਦਿਨ ਵਿੱਚ ਆ ਗਿਆ ਹੈ। ਸ੍ਰੀ ਕੀਰਤਪੁਰ ਜਹਾਂ ਸੁਹਾਵਾ। ਜਿੱਥੇ ਕਹਿੰਦੇ ਸ੍ਰੀ ਕੀਰਤਪੁਰ ਸਾਹਿਬ ਪਵਿੱਤਰ ਅਸਥਾਨ ਸੋਵਨੀਕ ਹੈ, ਇੱਥੇ ਆ ਪਹੁੰਚਾ ਹੈ। ਸ੍ਰੀ ਹਰਿ ਰਾਏ ਹੁਤੇ ਜਿਸ ਮਾਹੀ। ਇਸ ਕੀਰਤਪੁਰ ਸਾਹਿਬ ਦੇ ਵਿੱਚ ਉਸ ਵੇਲੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਨਿਵਾਸ ਕਰ ਰਹੇ ਸੀ। ਅਨਕ ਸੰਗਤਾ ਜਹ ਚੱਲ ਜਾਹੀ। ਜਿੱਥੇ ਕੀਰਤਪੁਰ ਸਾਹਿਬ ਵਿੱਚ ਸਤਿਗੁਰੂ ਹਰਿ ਰਾਏ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਅਨੇਕਾਂ ਸਿੱਖ ਸੰਗਤਾਂ ਚੱਲ ਕੇ ਜਾ ਰਹੀਆਂ ਹਨ। ਮਨੋ ਕਾਮਨਾ ਪੂਰਨ ਹੋਏ। ਕਿਉਂਕਿ ਸਿੱਖ ਸੰਗਤ ਦੀਆਂ ਮਨ ਦੀਆਂ ਜਿਹੜੀਆਂ ਕਾਮਨਾ ਹੈ ਉਹ ਸਾਰੀਆਂ ਪੂਰੀਆਂ ਹੋ ਰਹੀਆਂ ਹਨ। ਦਰਸ਼ਨ ਕਰਹਿ ਆਨ ਸਭ ਕੋਏ। ਇਸ ਕਰਕੇ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਹਰਿ ਰਾਏ ਸਾਹਿਬ ਦੀਆਂ ਆ ਕੇ ਦਰਸ਼ਨ ਦੀਦਾਰ ਕਰਦੀਆਂ ਹਨ। ਘਨੀ ਭੀਰ ਨਿਤ ਪ੍ਰਤ ਤਹ ਹੋਵੈ। ਸਤਿਗੁਰੂ ਹਰਿ ਰਾਏ ਸਾਹਿਬ ਦੇ ਵਿੱਚ ਹਜ਼ੂਰੀ ਵਿੱਚ ਬੜੀ ਸੰਗਤ ਦੀ ਭੀੜ ਲੱਗੀ ਰਹਿੰਦੀ ਹੈ, ਇਕੱਠੀ ਹੁੰਦੀ ਹੈ। ਆਏ ਜਾਏ ਗੁਰ ਦਰਸ਼ਨ ਜੋਵੈ। ਸੰਗਤਾਂ ਆ ਰਹੀਆਂ, ਦਰਸ਼ਨ ਕਰਕੇ ਜਾ ਰਹੀਆਂ ਹਨ। ਅਨਕ ਆਨ ਉਪਹਾਰ ਚੜਾਵੈ। ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਸੰਗਤਾਂ ਲਿਆ ਕੇ ਸਤਿਗੁਰੂ ਨੂੰ ਚੜਾਉਂਦੀਆਂ ਹਨ। ਦਰਬ ਜਵਾਹਰ ਜੇ ਦੁੱਤ ਪਾਵੈ। ਜਿਵੇਂ ਧਨ ਹੋਰ ਜਵਾਹਰ ਆਦਿਕ ਬੜੇ ਸ਼ੋਭਾ ਪਾਉਂਦੇ ਹਨ। ਸ਼ਸਤਰ ਬਸਤਰ ਬਹੁ ਮੂਲੇ ਆਨੈ। ਗੁਰੂ ਕੀਆਂ ਸਿੱਖ ਸੰਗਤਾਂ ਬੜੇ ਸ਼ਸਤਰ ਤੇ ਬਸਤਰ ਬਹੁਤੇ ਮੁੱਲ ਕੇ ਖੀਰ ਕੇ ਲਿਆਉਂਦੀਆਂ ਹਨ। ਧਰ ਧਰ ਦਰਸੈ ਗੁਰ ਪਗ ਮਾਨੈ। ਇਸ ਤਰ੍ਹਾਂ ਗੁਰੂ ਮਹਾਰਾਜ ਅੱਗੇ ਅੱਗੇ ਰੱਖ ਕੇ ਭੇਟਾਵਾਂ ਤੇ ਸਤਿਗੁਰੂ ਦੇ ਚਰਨਾਂ ਨੂੰ ਮਨਾਉਂਦੇ ਪੂਜਦੇ ਹਨ। ਦਾਰਸ਼ਕੋ ਪਹੁੰਚਿਓ ਆਏ। ਇਸ ਤਰ੍ਹਾਂ ਪਹਾੜਾਂ ਦੇ ਰਸਤੇ ਰਾਹੀਂ ਚਲਦਾ ਜਦੋਂ ਦਾਰਸ਼ਕੋ ਸ੍ਰੀ ਕੀਰਤਪੁਰ ਸਾਹਿਬ ਆ ਪਹੁੰਚਾ ਹੈ। ਦੇਖ ਸੁੰਦਰ ਥਲ ਸੇਵਰ ਲਗਾਏ। ਸੋਹਣਾ ਸਪੁੱਧਰਾ ਥਾਂ ਦੇਖ ਕੇ ਇਸਨੇ ਆਪਣਾ ਤੰਬੂ ਲਗਵਾਇਆ ਹੈ। ਤੰਬੂ ਸਮਿਆਨੇ ਗਨ ਤਾਨੇ। ਇਸ ਕਰਕੇ ਬਹੁਤੇ ਵੱਡੇ ਤੰਬੂ ਤੇ ਛੋਟੇ ਤੰਬੂ ਧਾਨ ਦਿੱਤੇ, ਸਮਿਆਨੇ ਵੱਡੇ ਤੇ ਇਸ ਤਰ੍ਹਾਂ ਆਮ ਤੰਬੂ। ਝੰਡਾ ਗਾੜਿਓ ਊਚ ਮਹਾਨੇ। ਇੱਕ ਉੱਚਾ ਇਸ਼ਾਰਾ ਜਾ ਕਰਕੇ ਬਹੁਤ ਵੱਡਾ ਝੰਡਾ ਗੱਡ ਦਿੱਤਾ ਇਸਨੇ। ਸਕਲ ਬਾਹਨੀ ਡੇਰਾ ਕੀਨਸ। ਜਿੰਨੇ ਦਾਰਸ਼ਕੋ ਦੀ 5000 ਫੌਜ ਸੀ, ਸਭ ਨੇ ਕੀਰਤਪੁਰ ਸਾਹਿਬ ਆ ਕੇ ਡੇਰਾ ਲਾ ਲੈਣਾ ਕੀਤਾ ਹੈ। ਛਾਇਆ ਜਲ ਕੋ ਸੁਖ ਜਹ ਚੀਨਸ। ਜਿੱਥੇ ਕਿਸੇ ਨੇ ਗੂੜੀ ਸੰਘਣੀ ਛਾਂ ਤੇ ਪਾਣੀ ਦਾ ਕਹਿੰਦੇ ਪ੍ਰਬੰਧ ਚੰਗਾ ਜਾਣਿਆ ਹੈ, ਸੁਖ ਸਮਝਿਆ ਹੈ। ਸ਼ਾਹ ਜਹਾ ਸੁਤ ਬੈਠਿਓ ਤਬੈ। ਇਸ ਤਰ੍ਹਾਂ ਕਹਿੰਦੇ ਜਿਹੜਾ ਸ਼ਾਹਜਹਾਂ ਦਾ ਪੁੱਤ ਦਾਰਸ਼ਕੋ ਜਦੋਂ ਇੱਥੇ ਤੰਬੂ ਜੇ ਲਾ ਕੇ ਬੈਠ ਗਿਆ ਹੈ। ਕੀਰਤਪੁਰ ਕੋ ਪਿਖ ਕੈ ਤਬੈ। ਜਿਹੜਾ ਕੀਰਤਪੁਰ ਸਾਹਿਬ ਸੋਹਣਾ ਨਗਰ ਵਸਿਆ ਹੋਇਆ ਉਹਦੇ ਵੱਲੀ ਵੇਖ ਕੇ ਪੂਜਨ ਲੱਗਿਓ ਨਿਕਟ ਉਮਰਾ।
ਭਾਵ। ਜਿਹੜੇ ਆਪਣੇ ਕੋਲ ਬੈਠੇ ਅਮਰਾਵ ਸੀ ਉਹਨਾਂ ਦੇ ਪਾਸੋਂ ਪੁੱਛਣ ਲੱਗਿਆ, ਇਹ ਦਾਰਸ਼ਕੋ ਕੌਣ ਬਸੈ ਪਤ ਕੋ ਇਸ ਥਾਮ। ਇਹ ਕੀਰਤਪੁਰ ਦੇ ਵਿੱਚ ਕੌਣ ਵੀ ਇਸ ਥਾਂ ਤੇ ਬਸ ਰਿਹਾ? ਕੀਰਤਪੁਰ ਸਾਹਿਬ ਦਾ ਕੌਣ ਮਾਲਕ ਹੈ? ਵਲੀ ਅਹਿਦ ਤੇ ਸੁਨ ਕਰ ਕਾਨ। ਇਸ ਤਰ੍ਹਾਂ ਜਿਹੜਾ ਦਾਰਸ਼ਕੋ ਇਸ ਤੋਂ ਕਹਿੰਦੇ ਉਮਰਾਵਾਂ ਨੇ ਆਪਣੇ ਕੰਨਾਂ ਵਿੱਚ ਸੁਣ ਕੇ ਫੁੱਟੋ ਸੰਗ ਕੋ ਸਿੱਖ ਤਿਸ ਥਾਨ। ਉਸ ਵੇਲੇ ਦੀ ਫੌਜ ਦੇ ਵਿੱਚ ਗੁਰੂ ਕਾ ਸਿੱਖ ਸੀ ਉਸ ਥਾਂ ਦੇ ਵਿੱਚ ਸਰਬ ਵਾਰਤਾ ਭਾਖ ਸੁਨਾਈ। ਗੁਰੂ ਕੇ ਸਿੱਖ ਨੇ ਸਾਰੀ ਜਿਹੜੀ ਗੱਲਬਾਤ ਹੈ ਦਾਰਸ਼ਕੋ ਨੂੰ ਕਹਿ ਕੇ ਸੁਣਾਈ ਹੈ। ਪ੍ਰਥਮ ਭਏ ਗੁਰ ਨਾਨਕ ਰਾਈ। ਇਹ ਦਾਰਸ਼ਕੋ ਸਭ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਦਾ ਰੂਪ ਹੋਏ। ਪੀਰ ਮੀਰ ਸਿੱਧ ਸਾਧਕ ਜੇਤੇ। ਜਿੰਨੇ ਦੁਨੀਆ ਵਿੱਚ ਪੀਰਾਂ ਦੇ ਪੀਰ ਸੀ, ਪਾਤਸ਼ਾਹਾਂ ਦੇ ਪਾਤਸ਼ਾਹ, ਸਿੱਧ ਲੋਕ ਤੇ ਸਾਧਨਾ ਕਰਨ ਵਾਲੇ ਜਗਿਆਸੂ ਸਨ। ਅਜਮਤ ਬਲ ਨਰਮੀ ਕੀਏ ਤੇਤੇ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਬਲ ਦੇ ਨਾਲ, ਸ਼ਕਤੀਆਂ ਦੇ ਬਲ ਨਾਲ ਸਾਰਿਆਂ ਨੂੰ ਆਪਣੇ ਅੱਗੇ ਨੀਵਾ ਕਰ ਲਿਆ, ਝੁਕਾ ਲਿਆ। ਐਸੋ ਭਇਓ ਨ ਜਗ ਮੈਂ ਕੋਈ। ਇਹ ਦਾਰਸ਼ਕਾ ਐਸਾ ਸੰਸਾਰ ਦੇ ਵਿੱਚ ਕੋਈ ਹੋਇਆ ਨਹੀਂ ਹੈ। ਮਿਲ ਕਰ ਨ ਮਿਰ ਹੋਏ ਨਹਿ ਜੋਈ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੂੰ ਮਿਲ ਕਰਕੇ ਉਹਨਾਂ ਦੇ ਅੱਗੇ ਨੀਵਾ ਨਹੀਂ ਹੋਇਆ, ਝੁਕਿਆ ਨਹੀਂ ਹੈ। ਵਿਦਤ ਭਇਓ 10 4 ਤਬਕ ਮਹਿ। 14 ਲੋਕਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ। ਸਤ ਨਾਮ ਉਪਦੇਸ਼ ਸਬਕ ਮਹਿ। ਜਿੱਥੇ ਕਿੱਥੇ ਵੀ ਗਏ ਉਹਨਾਂ ਨੇ ਕਹਿੰਦੇ ਜਿਹੜਾ ਉਪਦੇਸ਼ ਹੈ ਉਹ ਸਤਨਾਮ ਦੀ ਸੰਥਿਆ ਦਾ ਦਿੱਤਾ ਸਭ ਨੂੰ। ਮਿਲ ਮਿਲ ਕਰਾ ਮਾਤ ਜਿਨ ਪਾਈ। ਜਿਨ੍ਹਾਂ ਨੇ ਵੀ ਗੁਰੂ ਨਾਨਕ ਨਾਲ ਮਿਲਾਪ ਕੀਤਾ ਉਹਨਾਂ ਨੇ ਵੀ ਬੜੀਆਂ ਕਰਾਮਾਤਾਂ ਸ਼ਕਤੀਆਂ ਪਾਈਆਂ। ਤੇ ਭੀਆ ਜਗ ਗਿਨੇ ਨ ਜਾਈ। ਜਿਹੜੇ ਗੁਰੂ ਨਾਨਕ ਨੂੰ ਮਿਲ ਕੇ ਸ਼ਕਤੀਆਂ ਵਾਲੇ ਹੋਏ ਉਹ ਵੀ ਜੇ ਗਿਣੀਏ ਸੰਸਾਰ ਦੇ ਵਿੱਚ ਗਿਣੇ ਨਹੀਂ ਜਾ ਸਕਦੇ। ਤਿਹ ਗਾਦੀ ਪਰ ਸਪਤਮ ਥਾਨ। ਇਹ ਵੀ ਦਾਰਸ਼ਕੋ ਗੁਰੂ ਨਾਨਕ ਦੇ ਗੁਰਤਾ ਗੱਦੀ ਦੇ ਸਥਾਨ ਤੇ ਹੁਣ 7ਵੇਂ ਥਾਂ ਤੇ ਸ੍ਰੀ ਹਰਿ ਰਾਏ ਬਿਰਾਜਤ ਜਾਨ। ਸਤਿਗੁਰੂ ਹਰਿ ਰਾਏ ਸਾਹਿਬ ਜੀ ਬਿਰਾਜ ਰਹੇ ਐ, ਸੋਵਰੇ ਐ, ਤੂੰ ਜਾਣ ਲੈ। ਸ੍ਰੀ ਗੁਰ ਹਰਿ ਗੋਬਿੰਦ ਬਲ ਧਾਮਾ। ਇਹ ਦਾਰਸ਼ਕੋ ਤੂੰ ਜਾਣਦਾ ਹੀ ਐ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਬਲ ਦੇ ਘਰ ਸਨ। ਮਹਾ ਸੁਭਟ ਇਨ ਕੇਰ ਪਿਤਾਮਾ। ਜੋ ਬੜੇ ਮਹਾਨ ਸੂਰਵੀਰ ਸਨ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਹਰਿ ਰਾਏ ਸਾਹਿਬ ਦੇ ਦਾਦੇ ਸਨ। ਤੋਹੇ ਪਦਰ ਸੋ ਬਿਗਰ ਪਰੇ ਹੈ। ਤੇਰਾ ਜਿਹੜਾ ਪਿਓ ਨਾ ਸ਼ਾਹਜਹਾਂ ਇਹਦੇ ਨਾਲੋਂ ਵਿਗੜ ਪਏ ਸੀ। 4 ਵਾਰ ਕਰ ਓਜ ਲਰੇ ਹੈ। ਇਸ ਤਰ੍ਹਾਂ 4 ਵਾਰੀ ਬਲ ਕਰਕੇ ਜੰਗ ਯੁੱਧ ਵਿੱਚ ਉਹ ਲੜੇ ਹਰਗੋਬਿੰਦ ਸਾਹਿਬ। ਲੱਲਾ ਕੰਬਰ ਲਸ਼ਕਰ ਸਨੇ। ਜਿਵੇਂ ਕਹਿੰਦੇ ਲਲਾ ਵੇਗ ਕੰਬਰ ਵੇਗ ਬਹੁਤੇ ਦਲਾਂ ਸਹਿਤ। ਜੰਗਲ ਵਿਖੈ ਜੰਗ ਕਰ ਹਨੇ। ਆ ਜੰਗਲ ਵਾਲੇ ਤਾਂ ਗੁਰੂ ਸਰਮਰਾਜ ਵਾਲੇ ਤਰਫ ਕਹਿੰਦੇ ਜੰਗ ਕਰਕੇ ਸਾਰੇ ਮਾਰ ਮਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਬ ਹੈ ਬਿਰਾਜਤ ਤਿੰਨ ਕੋ ਪੋਤਾ। ਐਸੇ ਜੋ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਪੁੱਤਰਾ ਹਰਾਏ ਸਾਹਿਬ ਜੀ ਇੱਥੇ ਬਿਰਾਜਮਾਨ ਹੈ ਕੀਰਤਪੁਰ ਸਾਹਿਬ ਵਿਖੇ। ਬ੍ਰਹਮ ਗਿਆਨ ਅਰ ਅਜਮਤ ਪੋਤਾ। ਇਹ ਵੀ ਦਾਰਸ਼ਕਾਂ ਬ੍ਰਹਮ ਗਿਆਨ ਦੇ ਵੀ ਤੇ ਇਸੇ ਤਰ੍ਹਾਂ ਸ਼ਕਤੀਆਂ ਦੇ ਵੀ ਮਾਨੋ ਕਹਿੰਦੇ ਜਹਾਜ਼ ਜਾਂ ਪੋਤਾ ਖਜ਼ਾਨਾ ਹਨ। ਜਿਨ ਮਿਲਨੇ ਕਹ ਫਲ ਹੋਏ ਭਾਰਾ। ਇਹ ਵੀ ਦਾਰਸ਼ਕੋ ਜਿਸ ਸਤਿਗੁਰੂ ਹਰਿ ਸਾਹਿਬ ਜੀ ਦੇ ਮਿਲਣ ਨਾਲ ਭਾਰੀ ਫਲ ਹੁੰਦਾ ਹੈ। ਕਿਰਪਾ ਦ੍ਰਿਸ਼ਟ ਤੇ ਹੋਇ ਨਾ ਸੰਸਾਰਾ। ਜਿਹਦੇ ਵੇਲੇ ਸਤਿਗੁਰੂ ਹਰਿ ਸਾਹਿਬ ਜੀ ਕਿਰਪਾ ਦੀ ਨਿਗਾਹ ਨਾਲ ਤੱਕ ਲੈਂਦੇ ਉਹਨੂੰ ਸੰਸਾਰ ਦੇ ਵਿੱਚ ਮੁੜ ਕੇ ਜਨਮ ਮਰਨ ਦਾ ਦੁੱਖ ਨਹੀਂ ਹੁੰਦਾ ਹੈ। ਤਿਨ ਕੇ ਦਰਸ਼ਨ ਕਹ ਵੱਡ ਭਾਗੇ। ਉਹ ਐਸੇ ਸਤਿਗੁਰੂ ਹਰਿ ਸਾਹਿਬ ਦੇ ਜਿਹੜੇ ਦਰਸ਼ਨ ਦੀਦਾਰ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ। ਪੁਰ ਹੈ ਕਾਮ ਆਵਹਿ ਅਨਰਾਗੇ। ਮਹਾਰਾਜ ਉਹਨਾਂ ਦੀਆਂ ਕਾਮਨਾ ਪੂਰੀਆਂ ਕਰਦੇ ਇਸ ਕਰਕੇ
ਪ੍ਰੇਮੀ ਬਣ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਸਿੱਖ ਸੇਵਕ ਆਉਂਦੇ। ਦੇਸ਼ ਵਿਦੇਸ਼ਨ ਸਾਗਰ ਦੀਪ, ਕੋਈ ਦੇਸ਼ਾਂ ਵਿੱਚ ਰਹਿੰਦਾ, ਕੋਈ ਪ੍ਰਦੇਸ਼ਾਂ ਵਿੱਚ ਕਹਿੰਦਾ, ਕੋਈ ਸਮੁੰਦਰਾਂ ਦੇ ਟਾਪੂਆਂ ਵਿੱਚ ਰਹਿੰਦਾ, ਕੋਈ ਦੀਪਾਂ ਵਿੱਚ ਰਹਿੰਦਾ। ਆਏ ਸਮੀਪੈ ਹੈ ਰੰਕ ਮਹੀਪ, ਭਾਵੇਂ ਕੋਈ ਰਾਜਾ ਹੈ, ਭਾਵੇਂ ਕੋਈ ਕੰਗਾਲ ਹੈ, ਸਭ ਕੋਈ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਲਈ ਹਜ਼ੂਰੀ ਵਿੱਚ ਚੱਲ ਕੇ ਆਉਂਦਾ ਹੈ। ਅਨਕ ਉਪਾਇਨ ਕਹੋ ਅਰ ਪਾਵੈ, ਜਿਹੜਾ ਵੀ ਆਉਂਦਾ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਭੇਟਾਵਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਨੂੰ ਅਰਪਦਾ ਹੈ। ਅਬ ਸਤਿਗੁਰ ਇਸ ਪੁਰ ਦਰਸਾਵੈ ਹੈ। ਦਾਰਸ਼ਕੋ ਐਸੇ ਸਤਿਗੁਰੂ ਹਰਿਰਾਏ ਸੀ ਸਾਹਿਬ ਜੀ ਇਹ ਕੀਰਤਪੁਰ ਸਾਹਿਬ ਦੇ ਵਿੱਚ ਸੁਭਾਏਮਾਨ ਹੋ ਰਹੇ ਹੈ। ਦਾਰਸ਼ਕੋ ਹੋ ਪ੍ਰਸ਼ੰਸਾ ਸੁਣ ਕੇ, ਇਸ ਦਾਰਸ਼ਕੋ ਨੇ ਉਸ ਸਿੱਖ ਤੋਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੀ ਮਹਿਮਾ ਵਡਿਆਈ ਸੁਣੀ ਹੈ। ਹਰਖ ਭਰਿਓ ਔਰ ਨਿਜ ਭਲ ਗੁਣ ਕੈ, ਆਪਣਾ ਭਲਾ ਵਿਚਾਰ ਕੇ ਹਿਰਦੇ ਵਿੱਚ ਬਹੁਤ ਖੁਸ਼ੀ ਨਾਲ ਇਹ ਭਰ ਗਿਆ ਹੈ। ਦੋਹਰਾ ਪ੍ਰਥਮੈ ਦਾਰਸ਼ਕੋ ਕੋ, ਕਿਉਂਕਿ ਪਹਿਲੇ ਸਮੇਂ ਵਿੱਚ ਵੀ ਦਾਰਸ਼ਕੋ ਕੋ ਦਿਓ ਪ੍ਰਸੰਗ ਸੁਨਾਏ। ਕਈ ਕਹਿੰਦੇ ਜਿਹੜਾ ਪਹਿਲੇ ਸਮੇਂ ਵਿੱਚ ਕੋਈ ਪ੍ਰਸੰਗ ਹੋਇਆ ਨਾ, ਹੁਣ ਇੱਥੇ ਨਾਲ ਲੱਗਮਾ ਮੈਂ ਪਹਿਲਾਂ ਹੀ ਸੁਣਾ ਦਿੰਦਾ ਹਾਂ। ਲਿਖਿਓ ਪਠਿਓ ਖਤ ਸੁਧ ਲਈ, ਜਿਵੇਂ ਇਹਨੇ ਸਤਿਗੁਰੂ ਹਰਿਰਾਏ ਸਾਹਿਬ ਨੂੰ ਲਿਖ ਕੇ ਪ੍ਰੇਮ ਪੱਤਰ ਭੇਜਿਆ ਸੀ ਤੇ ਸਤਿਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦੀ ਇਹਨੇ ਖਬਰਸਾਰ ਲਈ ਸੀ। ਜਿਸ ਬਿਦ ਸ੍ਰੀ ਹਰਿ ਰਾਏ, ਜਿਸ ਤਰ੍ਹਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਆਪਣੇ ਵੱਲੋਂ ਪ੍ਰੇਮ ਪੱਤਰ ਭੇਜਿਆ ਸੀ ਤੇ ਸਾਰੀ ਖਬਰਸਾਰ ਲਈ ਸੀ। ਉਹ ਕਹਿੰਦੇ ਪਹਿਲਾਂ ਜਿਵੇਂ ਆਪੋ ਵਿੱਚ ਹੀ ਪ੍ਰੇਮ ਪੱਤਰ ਰਾਹੀਂ ਗੱਲਬਾਤ ਹੋ ਚੁੱਕੀ ਸੀ, ਉਹ ਪ੍ਰਸੰਗ ਮੈਂ ਪਹਿਲਾਂ ਹੁਣ ਇੱਥੇ ਸੁਣਾ ਦਿੰਦਾ ਹਾਂ। ਚੌਪਈ ਦਾਰਸ਼ਕੋ ਮਹਾ ਸਤ ਸੰਗੀ, ਪਹਿਲੇ ਸਮੇਂ ਦਾ ਹੁਣ ਪ੍ਰਸੰਗ ਕਹਿ ਰਹੇ ਵੀ ਜਿਹੜਾ ਦਾਰਸ਼ਕੋ ਸੀ ਇਹ ਬੜਾ ਚੰਗਾ ਸਤਸੰਗਤ ਕਰਨ ਵਾਲਾ ਸਤਸੰਗੀ ਹੈ ਸੀ। ਪਰਮੇਸ਼ਰ ਪਦ ਪ੍ਰੀਤ ਉਮੰਗੀ, ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਚਰਨਾਂ ਕਮਲਾਂ ਦਾ ਪ੍ਰੀਤੀ ਕਰਨ ਵਾਲਾ ਸੀ, ਬੜੇ ਚਾਅ ਮੀਆਂ ਮੀਰ ਪੀਰ ਇੱਕ ਪੂਰੋ, ਜਿਹੜਾ ਮੀਆਂ ਮੀਰ ਪੀਰ ਆ ਬੜਾ ਭਾਰੀ ਪੂਰਨ ਹੈ। ਆਤਮ ਗਿਆਨ ਲਹੈ ਮਨ ਰੂਰੋ, ਉਸ ਆਪਣੇ ਸੁੰਦਰ ਮਨ ਦੇ ਵਿੱਚ ਆਤਮਾ ਦੇ ਗਿਆਨ ਨੂੰ ਲੈ ਰਿਹਾ ਸੀ, ਆਤਮ ਗਿਆਨੀ ਸੀ। ਤਿਸ ਕੋ ਖਾਦਮ ਦਾਰਸ਼ਕੋ ਹੋ, ਉਸ ਮੀਆਂ ਮੀਰ ਦਾ ਇਹ ਕਹਿੰਦੇ ਜਿਹੜਾ ਦਾਰਸ਼ਕੋ ਸੇਵਕ ਹੈ ਸੀ। ਬ੍ਰਹਮ ਗਿਆਨ ਅਬਿਲਾਖੀ ਹੋ, ਮੀਆਂ ਮੀਰ ਪੀਰ ਦੇ ਕੋਲੋਂ ਮੈਨੂੰ ਬ੍ਰਹਮ ਗਿਆਨ ਪ੍ਰਾਪਤ ਹੋਵੇ, ਇਸ ਤਰ੍ਹਾਂ ਇਹ ਚਾਹਵਾਨ ਹੋਇਆ ਸੀ। ਕਰੀ ਪੀਰ ਨੇ ਕਿਰਪਾ ਸੁਨਾਇਵ, ਜਿਹੜਾ ਮੀਆਂ ਮੀਰ ਪੀਰ ਹੈ ਉਹਨੇ ਦਾਰਸ਼ਕੋ ਤੇ ਕਿਰਪਾ ਕੀਤੀ ਸੀ, ਇਸ ਤਰ੍ਹਾਂ ਦੇ ਬਚਨ ਸੁਣਾਏ ਸੀ। ਇਸ ਨੂੰ ਰੂਪ ਆਤਮਾ ਕੇਰ ਜਨਾਇਵ, ਆਤਮਾ ਦਾ ਸਰੂਪ ਉਹ ਕਹਿ ਕੇ ਇਹਨੂੰ ਜਨਾਇਆ ਸਮਝਾਇਆ ਸੀ ਵੀ ਉਹ ਆਤਮਾ ਦਾ ਕੋਈ ਰੂਪ ਰੰਗ ਨਹੀਂ, ਚੇਨ ਚੱਕਰ ਨਹੀਂ ਹੈ। ਪਾਤਸ਼ਾਹਤ ਮਹਿਰੀਤ ਫਕੀਰੀ, ਦੇਖ ਲੋ ਕਹਿੰਦੇ ਪਾਤਸ਼ਾਹੀ ਦੇ ਵਿੱਚ ਜਿਹੜੀ ਫਕੀਰਾਂ ਵਾਲੀ ਰੀਤੀ ਹੈ। ਮਿਹਰ ਪੀਰ ਕੀ ਮੀਰੀ ਪੀਰੀ, ਉਹ ਮੀਆਂ ਮੀਰ ਦੀ ਪੀਰ ਦੀ ਮਿਹਰ ਹੋਣ ਕਰਕੇ ਕਹਿੰਦੇ ਪਾਤਸ਼ਾਹ ਵੀ ਹੈ ਤੇ ਪੀਰੀ ਵੀ ਇਹਨੂੰ ਪ੍ਰਾਪਤ ਹੋ ਗਈ ਹੈ, ਨਾਲੇ ਪਾਤਸ਼ਾਹੀ ਹੈ ਨਾਲੇ ਫਕੀਰੀ ਵੀ ਹੈ। ਕਰ ਹੈ ਵਿਚਾਰਨ ਨਿਸ ਦਿਨ ਆਤਮ, ਮੀਆਂ ਮੀਰ ਦੇ ਉਪਦੇਸ਼ ਦੇਣ ਕਰਕੇ ਰਾਤ ਹੋਵੇ ਦਿਨ ਦੇ ਹੋਵੇ ਆਪਣਾ ਜਿਹੜਾ ਆਤਮਾ ਉਹਦੀ ਵਿਚਾਰ ਕਰਦਾ ਰਹਿੰਦਾ ਵੀ ਉਹ ਕੈਸਾ ਹੈ। ਮਿਲ ਸੰਤਨ ਖੋਜੈ ਪਰਮਾਤਮ, ਸਾਧੂ ਸੰਤਾਂ ਨਾਲ ਮਿਲ ਕੇ ਆਤਮਾ ਪਰਮਾਤਮਾ ਦੀ ਇਹ ਖੋਜ ਕਰਦਾ ਰਹਿੰਦਾ ਹੈ। ਜਹ ਕਹਿ ਉੱਤਮ ਸੁਨ ਕੈ ਸੰਤ, ਜਿੱਥੇ ਕਿੱਥੇ ਵੀ ਸੁਣਦਾ ਵੀ ਫਲਾਣੇ ਥਾਂ ਬੜਾ
ਚੰਗਾ ਉੱਤਮ ਸਾਧੂ ਰਹਿੰਦਾ ਹੈ। ਕਰ ਹੈ ਮੇਲ ਚਰਚਾ ਭਗਵੰਤ, ਉਹ ਸਾਧੂ ਨਾਲ ਮੇਲ ਜੋਲ ਕਰਕੇ ਪਰਮੇਸ਼ਰ ਦੀ ਗਿਆਨ ਚਰਚਾ ਕਰਦਾ ਹੈ। ਪਿਤ ਨੇ ਕਹਿ ਬਹੁ ਬਾਰ ਸੁਨਾਵਾ, ਕਹਿੰਦੇ ਪਿਤਾ ਨੇ ਬਹੁਤ ਵਾਰੀ ਕਹਿ ਕੇ ਇਹਨੂੰ ਸੁਣਾਇਆ ਵੀ ਤੂੰ ਰਾਜ ਭਾਗ ਸੰਭਾਲ। ਵਰਿਆਈ ਕਰ ਤਖਤ ਬਿਠਾਵਾ, ਇਸ ਤਰ੍ਹਾਂ ਦੇ ਪਿਤਾ ਨੇ ਕਹਿੰਦੇ ਮੱਲੋ ਮੱਲੀ ਇਹਨੂੰ ਦਿੱਲੀ ਦੇ ਤਖਤ ਦੇ ਉੱਪਰ ਬਿਠਾ ਦਿੱਤਾ, ਰਾਜ ਭਾਗ ਦਾ ਮਾਲਕ ਬਣਾ ਦਿੱਤਾ ਸੀ। ਤਉ ਮੇਲ ਸੰਤਨ ਸੋ ਰਾਖੈ, ਫੇਰ ਵੀ ਕਹਿੰਦੇ ਸਾਧੂ ਸੰਤਾਂ ਦੇ ਨਾਲ ਹੀ ਇਹ ਮੇਲ ਜੋਲ ਦਾਰਸ਼ ਕੋ ਰੱਖਦਾ ਹੈ। ਬ੍ਰਹਮ ਗਿਆਨ ਨਿਸਚੈ ਅਬਿਲਾਖੈ, ਜਿਹੜਾ ਬ੍ਰਹਮ ਦਾ ਗਿਆਨ ਹੈ ਉਹਦੇ ਵਿੱਚ ਮੇਰਾ ਦ੍ਰਿੜ ਨਿਚਾ ਹੋਵੇ, ਇਸ ਤਰ੍ਹਾਂ ਇਹ ਚਾਹਨਾ ਰੱਖਦਾ ਹੈ। ਮੀਆਂ ਮੀਰ ਨਿਕਟ ਇੱਕ ਦਿਨ ਮੈਂ, ਇੱਕ ਦਿਨ ਦੀ ਗੱਲ ਹੈ, ਮੀਆਂ ਮੀਰ ਜਿਹੜਾ ਪੀਰ ਹੈ ਬੈਠਿਓ ਹੋਤੋ ਪ੍ਰੇਮ ਬਹੁ ਮਨ ਮੈਂ, ਇਹ ਜਿਹੜਾ ਦਾਰਸ਼ਕ ਮਨ ਦੇ ਵਿੱਚ ਬੜਾ ਪ੍ਰੇਮ ਪਿਆਰ ਧਾਰ ਕੇ ਬੈਠਾ ਹੋਇਆ ਸੀ। ਅਪਰ ਸੰਤ ਕੇਤਿਕ ਤਹਿ ਬੈਸੇ, ਉਹ ਮੀਆਂ ਮੀਰ ਪੀਰ ਦੇ ਕੋਲ ਹੋਰ ਵੀ ਪੁੱਜੇ ਜਿਹੜੇ ਸਾਧੂ ਸੰਤ ਕੁਝ ਕੇ ਬੈਠੇ ਹੋਏ ਸਨ। ਚਰਚਾ ਕਰਹਿ ਗਿਆਨ ਲਹਿ ਜੈਸੇ, ਜਿਵੇਂ ਬ੍ਰਹਮ ਦਾ ਗਿਆਨ ਕਹਿੰਦੇ ਪ੍ਰਾਪਤ ਕਰੀ ਉਹੀ ਜੀ ਗਿਆਨ ਚਰਚਾ ਉਹ ਕਰ ਰਹੇ ਸੀ ਆਪੋ ਵਿੱਚ। ਕਰੀ ਵਾਰਤਾ ਕਾਹੂ ਸੰਤ, ਕਿਸੇ ਕਹਿੰਦੇ ਸਾਧੂ ਸੰਤ ਨੇ ਇਸ ਤਰ੍ਹਾਂ ਦੀ ਗੱਲਬਾਤ ਸ਼ੁਰੂ ਕੀਤੀ ਉੱਥੇ। ਸ੍ਰੀ ਨਾਨਕ ਸਤਿਗੁਰ ਭਗਵੰਤ, ਮੀਆਂ ਮੀਰ ਪੀਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤਾਂ ਪਰਮੇਸ਼ਰ ਰੂਪੀ ਸਨ। ਨਰਨ ਉਦਾਹਰਨ ਕਰੇ ਹਜ਼ਾਰਾਂ, ਉਹ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਆ ਕੇ ਹਜ਼ਾਰਾਂ ਲੋਕਾਂ ਦਾ ਉਧਾਰ ਕੀਤਾ। ਗਿਣਤੀ ਕਰੇ ਨ ਆਏ ਸੁਮਾਰੋ, ਮੀਆਂ ਮੀਰ ਪੀਰ ਜੇ ਗਿਣਤੀ ਕਰੀਏ ਹਿਸਾਬ ਨਹੀਂ ਕੋਈ ਆਉਂਦਾ। ਕਿਰਪਾ ਦ੍ਰਿਸ਼ਟ ਤੇ ਰੂਪ ਦਿਖਾਵੇ, ਗੁਰੂ ਨਾਨਕ ਸਾਹਿਬ ਮੇਰ ਭਰੀ ਨਿਗਾਹ ਦੇ ਨਾਲ ਆਤਮਾ ਦਾ ਸਰੂਪ ਦਿਖਾ ਦਿੰਦੇ ਸਨ। ਜਨਮ ਮਰਨ ਕੋ ਕਸ਼ਟ ਮਿਟਾਵੇ, ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਉਹਨੂੰ ਮਿਟਾ ਦਿੰਦੇ ਸੀ ਗੁਰੂ ਨਾਨਕ ਸਾਹਿਬ ਜੀ। ਪੁੰਨ ਤਿੰਨ ਤੇ ਗਾਦੀ ਪਰ ਪਾਛੇ, ਫਿਰ ਉਹਨਾਂ ਤੋਂ ਬਾਅਦ ਵਿੱਚ ਉਹਨਾਂ ਦੇ ਗੁਰਤਾ ਗੱਦੀ ਦੇ ਤਖਤ ਉੱਪਰ ਜਿਨ੍ਹੈ ਕੌਣ ਗੁਣ ਜੇਤਿਕ ਆਛੇ, ਜਿੰਨੇ ਚੰਗੇ ਗੁਣਾ ਵਾਲੇ ਸਤਿਗੁਰੂ ਹੋਏ ਉਹ ਕੌਣ, ਕਿੰਨੇ ਗੁਣਾ ਨੂੰ ਦਿਨ ਕੇ ਦਸੀਏ ਪੰਬੀਆਰ ਪੀਰ ਜੀ। ਆਪ ਸੋਹਤ ਸਤਿਗੁਰ ਹਰ ਰਾਏ, ਵੀ ਮੀਆਂ ਮੀਰ ਪੀਰ ਹੁਣ ਕਹਿੰਦੇ ਸਤਿਗੁਰੂ ਹਰ ਰਾਏ ਸਾਹਿਬ ਜੀ ਉਹ ਗੁਰੂ ਨਾਨਕ ਦੀ ਗੱਦੀ ਉੱਪਰ ਸੋਭ ਰਹੇ। ਦੀਨ ਬੰਦ ਸਿੱਖ ਬੰਦ ਮਿਟਾਏ, ਉਹ ਗਰੀਬਾਂ ਦੇ ਬੰਧੂ ਐ ਪਿਆਰੇ ਐ, ਸਿੱਖਾਂ ਦੇ ਬੰਧਨਾਂ ਨੂੰ ਮਿਟਾਉਣ ਵਾਲੇ ਐ, ਮਿਟਾ ਰਹੇ। ਬ੍ਰਹਮ ਗਿਆਨ ਕੇ ਹੈ ਵੱਡ ਦਾਨੀ, ਬਾਕੀ ਵੀ ਮੀਆਂ ਮੀਰ ਪੀਰ ਗੁਰੂ ਹਰ ਰਾਏ ਸਾਹਿਬ ਜੀ ਬ੍ਰਹਮ ਗਿਆਨ ਦੇ ਤਾਂ ਬਹੁਤ ਵੱਡੇ ਦੇਣ ਵਾਲੇ ਦਾਨੀ ਹਨ। ਬ੍ਰਿਤੀ ਸਮਾਨ ਲਾਭ ਅਰ ਹਾਨੀ, ਉਹਨਾਂ ਦੇ ਮਨ ਦੀ ਜਿਹੜੀ ਬਿਰਤੀ ਹੈ ਲਾਭ ਹੋ ਜਾਏ ਨਵਾਂ ਨਫਾ ਹੋ ਨੁਕਸਾਨ ਹੋ ਜਾਏ ਇੱਕ ਸਮਾਨ ਹੀ ਰਹਿੰਦੀ। ਮੀਆਂ ਮੀਰ ਤਬ ਹੈ ਸੁਨ ਕਹਿਓ, ਉਹ ਸੰਤ ਤੋਂ ਸੁਣ ਕੇ ਤਦੋਂ ਮੀਆਂ ਮੀਰ ਪੀਰ ਨੇ ਅੱਗਿਓਂ ਇਉਂ ਆਖਿਆ, ਸੋ ਤੋ ਤਨ ਖੁਦਾਏ ਕੋ ਅਹਿਓ। ਸੰਤਾ ਗੁਰੂ ਨਾਨਕ ਸਾਹਿਬ ਜੀ ਇਹ ਸਤਿਗੁਰੂ ਹਰ ਰਾਏ ਸਾਹਿਬ ਜੀ ਤਾਂ ਖੁਦਾ ਦਾ ਸਰੂਪ ਹੀ ਜਾਣੇ ਜਾਂਦੇ। ਕਰਬੇ ਲੋਕਨ ਕੀ ਕਲਿਆਣ, ਇਹ ਤਾਂ ਵੇ ਖੁਦਾ ਨੇ ਆ ਦੁਨਿਆਵੀ ਲੋਕਾਂ ਦੀ ਕਲਿਆਣ ਕਰਨ ਵਾਸਤੇ ਧਰ ਸਰੂਪ ਭੇ ਵਿਦਤ ਜਹਾਨ। ਗੁਰੂ ਨਾਨਕ ਸਾਹਿਬ ਜੀ ਕਈ ਸਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ। ਸ੍ਰੀ ਹਰਿਗੋਬਿੰਦ ਤਿਨਹੋ ਪਿਤਾਮਾ, ਹਾਂ ਜਿਹੜੇ ਸਤਿਗੁਰੂ ਹਰਗੋਬਿੰਦ ਸਾਹਿਬ ਹੈ ਉਹ ਹਰ ਰਾਏ ਸਾਹਿਬ ਦੇ ਦਾਦੇ। ਆਯੁਧ ਧਰ ਕੀਨੇ ਸੰਗਰਾਮ, ਹਰ ਰਾਏ ਸਾਹਿਬ ਦੇ ਦਾਦੇ ਗੁਰੂ ਨੇ ਸ਼ਸਤਰ ਧਾਰਨ ਕਰਕੇ ਬੜੇ ਜੰਗ ਯੁੱਧ ਕੀਤੇ। ਮੁਲਾਕਾਤ ਤਿੰਨ ਸਾਥ ਹਮਾਰੀ, ਇਹ ਵੀ ਸਾਧੂ ਸੰਤ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹੀ ਹੈ। ਭਈ ਹੁਤੀ ਸੁਖ ਕਰਨੇ ਹਾਰੀ, ਹਾਂ ਕਈ ਵਾਰੀ ਕਹਿੰਦੇ ਸੁਖ ਬਖਸ਼ਣ ਵਾਲੀ ਗੱਲਬਾਤ ਹੁੰਦੀ ਰਹੀ। ਇੱਕ ਵਾਰੀ
ਗੁਰੂ ਹਰਗੋਬਿੰਦ ਸਾਹਿਬ ਜਦੋਂ ਲਾਹੌਰ ਗਏ, ਉੱਥੇ ਵੀ ਮੀਆਂ ਮੀਰ ਸਤਿਗੁਰੂ ਸਾਹਿਬ ਜੀ ਨੂੰ ਆ ਮਿਲਿਆ ਸੀ। ਗੁਰੂ ਹਰਿਰਾਏ ਸਾਹਿਬ ਜੀ ਵੀ ਇਸ ਦੇ ਅਸਥਾਨ ਤੇ ਟਿਕਾਣੇ ਤੇ ਚੱਲ ਕੇ ਗਏ ਸਨ। ਬੰਦੇ ਸ਼ਰਾ ਤੁਰਕ ਮਤ ਮੰਦ। ਕਹਿੰਦੇ ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਅਸਥਾਨ ਤੇ ਆ ਗਏ ਸਨ। ਮੈਂ ਉਹਨਾਂ ਨੂੰ ਮੱਥਾ ਟੇਕਿਆ, ਇਸੇ ਤਰ੍ਹਾਂ ਸਤਿਕਾਰ ਨਾਲ ਘੋੜੇ ਸਵਾਰ ਪੂਰਾ ਸਵਾਰ ਕਰਾਇਆ, ਆਪਣੇ ਆਸਣ ਉੱਪਰ ਬਿਠਾਇਆ। ਤੇ ਜਿਹੜੇ ਆ ਮੁਸਲੇ ਕਹਿੰਦੇ ਸ਼ਰਾ ਵਿੱਚ ਬੰਨੇ ਪੈ ਨਾ ਭੈੜੀ ਮਤ ਬਾਲੇ। ਤਰਕਤ ਕੀਨੋ ਸ਼ੋਰ ਬਿਲੰਦ। ਉਹਨਾਂ ਨੇ ਤਰਕ ਕਰਦਿਆਂ ਬੜਾ ਰੌਲਾ ਰੱਪਾ ਪਾਇਆ ਸੀ। ਸ਼ਾਹਜਹਾਂ ਵੀ ਕਹਿੰਦਾ ਸੀ, ਤੁਸੀਂ ਜੀ ਹਿੰਦੂਆਂ ਦੇ ਗੁਰੂ ਨੂੰ ਕਿਵੇਂ ਮੱਥੇ ਟੇਕਦੇ ਫਿਰਦੇ ਹੋ? ਪਾਕ ਅਲਹ ਕੀ ਮੂਰਤ ਹੈ। ਉਹ ਤਾਂ ਵੇ ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਇਸੇ ਤਰ੍ਹਾਂ ਹਰਿਰਾਏ ਸਾਹਿਬ ਜੀ, ਇਹ ਤਾਂ ਪਵਿੱਤਰ ਕਹਿੰਦੇ ਅੱਲਾਹ ਤਾਲਾ ਦੀ ਸ਼ਕਲ ਸੂਰਤ ਹੈ। ਜਿਨ ਕੇ ਗੁਣ ਕੋ ਪਾਰ ਨ ਲਹੈ। ਜਿਨ੍ਹਾਂ ਦੇ ਗੁਣਾਂ ਦਾ ਜੇ ਕਹਿੰਦੇ ਗਣ ਲਗੀਏ ਪਾਰਾ ਪਾਰ ਨਹੀਂ ਲਈਦਾ ਹੈ। ਦਰਸ਼ਨ ਉਚਿਤ ਸਦਾ ਤਿਨ ਕੇਰਾ। ਉਹ ਐਸੇ ਵੇਲੇ ਜਿਹੜੇ ਸਤਿਗੁਰੂ ਉਹਨਾਂ ਦੇ ਦਰਸ਼ਨ ਕਰਨੇ ਤਾਂ ਹਮੇਸ਼ਾ ਹੀ ਬੜੇ ਸਫਲ ਯੋਗ ਹੈ। ਸਿਮਰੇ ਨਾਮ ਆਨੰਦ ਬਡੇਰਾ। ਇਹ ਗੁਰੂ ਹਰਗੋਬਿੰਦ ਸਾਹਿਬ ਦਾ, ਗੁਰੂ ਨਾਨਕ ਸਾਹਿਬ ਜੀ ਦਾ, ਹਰਿਰਾਏ ਸਾਹਿਬ ਜੀ ਦਾ ਨਾਮ ਲਈਏ, ਇਹਦੇ ਵਿੱਚ ਬੜਾ ਆਨੰਦ ਹੁੰਦਾ ਹੈ। ਸੁਨਿਓ ਸੁਜਸ ਅਸਦਾਰਸ਼ ਕੋ ਹੋ। ਇਹ ਮੀਆਂ ਮੀਰ ਦੇ ਮੁਖ ਤੋਂ ਵੀ ਜਦੋਂ ਹੈ ਦਾਰਸ਼ਕੋ ਨੇ ਸਤਿਗੁਰੂ ਹਰਿਰਾਏ ਸਾਹਿਬ ਜੀ ਦਾ ਜਸ ਸੁਣਿਆ, ਚਿਤਵਤ ਕਿਮ ਦਰਸ਼ਨ ਤਿਨ ਹੋ। ਇਹ ਵੀ ਦਾਰਸ਼ਕੋ ਵੀ ਸੋਚਣ ਲੱਗਿਆ ਸੀ ਵੀ ਕਦੋਂ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਮੈਨੂੰ ਕਿਵੇਂ ਹੋ ਜਾਣ। ਪਾਤਸ਼ਾਹਤ ਕੇ ਕਾਜ ਬਡੇਰੇ। ਔਰ ਜਿਹੜੇ ਪਾਤਸ਼ਾਹੀ ਕੰਮ ਵੱਡੇ ਵੱਡੇ ਹੀ ਹੁੰਦੇ ਹਨ। ਪੁੰਨ ਦੁਸ਼ਮਨ ਹੋਏ ਰਹੇ ਕਨੇਰੇ। ਬਾਕੀ ਇਹ ਕਹਿੰਦੇ ਇਹਦੇ ਬੜੇ ਬੈਰੀ ਬਣ ਰਹੇ, ਦੁਸ਼ਮਣ ਬਹੁਤ ਬਣ ਰਹੇ, ਭਰਾਈ ਬਣੇ ਪਏ ਸਨ। ਜਾਂਤੇ ਅਵਸਰ ਮਿਲਨ ਨਾ ਭਇਓ। ਇਸ ਕਰਕੇ ਦਾਰਸ਼ਕੋ ਦਾ ਮਿਲਣ ਵਾਸਤੇ ਸਤਿਗੁਰੂ ਨੂੰ ਕੋਈ ਮੌਕਾ ਨਹੀਂ ਮਿਲਿਆ, ਸਮਾਂ ਨਹੀਂ ਮਿਲ ਸਕਿਆ ਸੀ। ਹਿਰਦੇ ਪ੍ਰੇਮ ਦਿਨ ਪ੍ਰਤ ਬਿਰਦਿਓ। ਹੁਣ ਦਿਨ ਰਾਤ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦਾ ਬੜਾ ਪ੍ਰੇਮ ਹਿਰਦੇ ਵਿੱਚ ਦੇ ਵਧਿਆ ਹੋਇਆ ਸੀ। ਖਤ ਮਹਿ ਲਿਖ ਕਰ ਪ੍ਰੇਮ ਪਠਾਇਵ। ਇੱਕ ਵਾਰੀ ਪਹਿਲਾਂ ਵੀ ਇਸਨੇ ਆਪਣੇ ਦਾ ਹਿਰਦੇ ਦਾ ਪ੍ਰੇਮ ਹੈ ਉਹ ਪ੍ਰੇਮ ਪੱਤਰ ਵਿੱਚ ਲਿਖਿਆ ਸੀ, ਚਿੱਠੀ ਲਿਖੀ ਸੀ। ਮਿਲਨ ਸ਼ੌਕ ਨਾਮਾ ਉਪਜਾਇਵ। ਜਿਹਦੇ ਵਿੱਚ ਕਹਿੰਦੇ ਮਿਲਣ ਦਾ ਜਿਹੜਾ ਪ੍ਰੇਮ ਪਿਆਰ ਉਹ ਪ੍ਰੇਮ ਪੱਤਰਾਂ ਰਾਹੀਂ ਜਣਾਇਆ ਸੀ। ਸ੍ਰੀ ਹਰਿ ਰਾਏ ਨਿਕਟ ਪਹੁੰਚਾਇਓ। ਇਸ ਤਰ੍ਹਾਂ ਪ੍ਰੇਮ ਪੱਤਰ ਲਿਖ ਕੇ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਪਾਸ ਇਹਨੇ ਕਿਤੇ ਪਹਿਲਾਂ ਪਹੁੰਚਾਇਆ ਸੀ। ਕਾਗਦ ਗਇਓ ਬੰਦਗੀ ਗਾਇਓ। ਅੱਜ ਸਵੇਰੇ ਪ੍ਰੇਮ ਪੱਤਰ ਗਿਆ ਤੇ ਉਹ ਜਿਹੜਾ ਚਿੱਠੀ ਲੈ ਕੇ ਗਿਆ ਸੀ, ਉਸਨੇ ਸਤਿਗੁਰੂ ਹਰਿਰਾਏ ਸਾਹਿਬ ਨੂੰ ਕਿਹਾ ਕਿ ਮਹਾਰਾਜ ਦਾਰਸ਼ਕੋ ਆਪ ਜੀ ਨੂੰ ਮੱਥਾ ਟੇਕ ਰਿਹਾ ਹੈ। ਸ੍ਰੀ ਗੁਰ ਸੁਨਤ ਭਏ ਖੁਲਵਾਏ। ਜੋ ਇਹ ਪ੍ਰੇਮ ਪੱਤਰ ਕਾ ਸੀ, ਉਸਨੂੰ ਸਤਿਗੁਰੂ ਹਰਿਰਾਏ ਸਾਹਿਬ ਜੀ ਖੋਲ ਕੇ ਸੁਣਿਆ। ਪ੍ਰੇਮ ਸ਼ੌਕ ਨਾਮਾ ਜੋ ਪੜਾਏ। ਇਹਦੇ ਵਿੱਚ ਕਹਿੰਦੇ ਪ੍ਰੇਮ ਦਾ ਪ੍ਰੇਮ ਪੱਤਰ ਵਾਲਾ ਜਿਹੜਾ ਖਾਸੀ ਕਹਿੰਦੇ ਪੜਵਾਇਆ ਖੁਲਵਾ ਕੇ। ਬੈਂਤ ਵਲਾਇਤ ਵਲੀ ਅਹਿਦ ਆਫਰ ਕਾ ਕਮਾਲ। ਇਹ ਗੁਰੂ ਹਰਿਰਾਏ ਸਾਹਿਬ ਜੀ ਆਪ ਕਹਿੰਦੇ ਬਲੈਤਾਂ ਵਿੱਚ ਭਾਵ ਸਾਰੇ ਦੇਸ਼ਾਂ ਵਿੱਚ ਹੀ ਬਲੀ ਹੋ, ਅਹਿਲ ਬੜੇ ਚੰਗੇ, ਆਰਫ ਕੀ ਗਿਆਨਵਾਨ ਹੋ, ਕਮਾਲ ਕੀ ਪੂਰਨ ਗਿਆਨਵਾਨ ਹੋ, ਤੇ ਅਹਿਲ ਕੀ ਬੜੇ ਹੀ ਮਾਰਾ ਆਪ ਬਲੈਤਾਂ ਵਿੱਚ ਬਲੀ ਹੋ, ਭਾਵ ਦੇਸਾਂ ਪ੍ਰਦੇਸਾਂ ਵਿੱਚ ਆ ਬਲੀ ਲੋਕ ਹੋ। ਜਿਨੋ ਕੇ ਮਿਲੇ ਰੱਬ ਪਾਈਐ ਹੈ ਜਮਾਲ। ਜਿਨ੍ਹਾਂ ਦੇ ਭਾਵ ਆਪ ਜੀ ਦੇ ਨਾਲ ਮਿਲਿਆ ਹੋਇਆ ਰੱਬ ਦੇ ਜਿਹੜੇ ਜਮਾਲ ਕੇ ਦਰਸ਼ਨ ਦੀਦਾਰ ਪਾ ਲਈਦੇ ਹਨ। ਆਰਫ ਫਕਰ ਰੱਬ ਕੀ ਪਾਕ ਜਾਤ। हे ਗੁਰੂ ਹਰਿਰਾਏ ਸਾਹਿਬ ਆਪ ਆਰਫ ਕੀ ਗਿਆਨਵਾਨ ਹੋ, ਫਕਰ ਲੋਕ
ਹੋ। ਰੱਬ ਦੀ ਪਵਿੱਤਰ ਮਹਾਰਾਜ ਜਾਤੀ ਹੋ, ਯਾਨੀ ਰੱਬ ਦੇ ਆਪ ਪਵਿੱਤਰ ਸਰੂਪ ਹੋ। ਜਿਨੋ ਕੀ ਮਿਹਰ ਸੰਗ ਹੋਇਆ ਨਿਆਤ, ਜਿਨ੍ਹਾਂ ਦੀ ਮਹਾਰਾਜ ਮਿਹਰ ਹੋਣ ਦੇ ਨਾਲ ਨਿਜਾਤ ਹੋ ਜਾਂਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ, ਭਾਵ ਆਪ ਦੇ ਮਿਹਰ ਨਾਲ ਮੁਕਤ ਪ੍ਰਾਪਤ ਹੁੰਦੀ ਹੈ। ਕਾਦਰ ਪੇਖਨ ਇੱਕ ਸਕਲ ਦਰਮਿਆ, ਜਿਹੜਾ ਸਾਰਿਆਂ ਦੇ ਵਿੱਚ ਇੱਕ ਜਿਹੜਾ ਕਾਦਰ ਹੈ, ਕੁਦਰਤ ਦਾ ਮਾਲਕ ਨੂੰ ਵੇਖਣਾ। ਜਿਨੋ ਪੈ ਮਿਹਰ ਤੁਮ ਤਿਨੋ ਇਹੋ ਲੀਆ, ਇਹ ਗੁਰੂ ਹਰਿਰਾਏ ਸਾਹਿਬ ਜੀ ਜਿਨ੍ਹਾਂ ਦੇ ਪੈ ਉੱਪਰ ਆਪ ਜੀ ਦੀ ਮਿਹਰ ਹੁੰਦੀ, ਉਹਨਾਂ ਨੇ ਇਹ ਪਦਵੀ ਨੂੰ ਲਿਆ। ਸਾਰਿਆਂ ਦੇ ਵਿੱਚ ਖੁਦਾ ਨੂੰ ਤੱਕਦੇ ਆ। ਮਿਲੋ ਆਪ ਕੇ ਸੰਗ ਅੱਲਾਹ ਕਰਮ, ਜੇ ਮਾਰਾ ਅੱਲਾ ਦੀ ਕਰਮ ਕਿਰਪਾ ਹੋਈ, ਬਖਸ਼ਿਸ਼ ਹੋਈ, ਕਿਸੇ ਸਮੇਂ ਮੈਂ ਵੀ ਆਪ ਜੀ ਨੂੰ ਆ ਕੇ ਕੀਰਤਪੁਰ ਸਾਹਿਬ ਵਿੱਚ ਮਿਲਾ ਜੁਲਾਂਗਾ। ਹਾਸਲ ਮੁਰਦੈ ਮਿਟਾਵੋ ਭਰਮ, ਹਾਸਲ ਮੁਰਾਦੈ ਮਿਟਾਵੋ ਭਰਮ। ਜਿਹੜੀ ਮੇਰੇ ਮਨ ਦੀ ਮੁਰਾਦ ਹੈ, ਬ੍ਰਹਮ ਗਿਆਨ ਪ੍ਰਾਪਤ ਕਰਨ ਦੀ, ਉਹ ਪ੍ਰਾਪਤ ਹਾਸਲ ਕਰਾਂਗਾ, ਪ੍ਰਾਪਤ ਕਰਾਂਗਾ। ਜਿਹੜੇ ਪੰਜ ਤਰ੍ਹਾਂ ਦੇ ਭਰਮ ਭੁਲੇਖੇ ਹੈ, ਮਹਾਰਾਜ ਦਰਸ਼ਨ ਕਰਕੇ ਬਚਨ ਕਰਕੇ ਮਿਟਾਵਾਂਗਾ। ਮਿਲਨ ਸ਼ੌਕ ਮੋਕੋ ਬਿਲੋਕੋ ਦਰਸ, ਮਹਾਰਾਜ ਜੀ ਨੂੰ ਮਿਲਣ ਦਾ ਮੈਨੂੰ ਬੜਾ ਪ੍ਰੇਮ ਹੈ। ਕਿਸੇ ਸਮੇਂ ਮੈਂ ਆਪ ਜੀ ਦੇ ਦਰਸ਼ਨ ਜ਼ਰੂਰ ਦੇਖਾਂਗਾ। ਲਗੋ ਆਨ ਕਦਮਨ ਹੋਵੇ ਦਿਲ ਹਰਸ਼, ਆਪ ਜੀ ਦੇ ਆ ਕੇ ਕਦਮਨ ਚਰਨਾਂ ਨਾਲ ਲੱਗਾਂਗਾ, ਦਿਲ ਨੂੰ ਬੜਾ ਪ੍ਰਸੰਨਤਾ ਹੋਵੇਗੀ। ਨਾ ਅਵਸਰ ਮਿਲੋ ਪਾਤਸ਼ਾਹਤ ਜੰਜਾਲ, ਮਾਰਾ ਪਾਤਸ਼ਾਹੀ ਜੰਜਾਲ ਐਸੀ ਧੰਦੇ ਐਸੇ ਹੈ, ਜਿਸ ਕਰਕੇ ਮੈਨੂੰ ਦਰਸ਼ਨ ਕਰਨ ਦਾ ਸਮਾਂ ਨਹੀਂ ਮਿਲਦਾ ਹੈ। ਸੋ ਮਾਹੀ ਮਨੰਦੇ ਫਸੇ ਮਿਆਨ ਜਾਲ, ਜਿਵੇਂ ਮਾਹੀ ਕੀ ਮੱਛੀ ਕਹਿੰਦੇ ਫਸੀ ਹੁੰਦੀ ਨਾ ਕੁੰਡੀ ਵਿੱਚ, ਇਸ ਤਰ੍ਹਾਂ ਅਸੀਂ ਵੀ ਲੋਕ ਕਹਿੰਦੇ ਮੱਛੀ ਵਾਂਗ ਜੰਜਾਲਾਂ ਵਿੱਚ ਫਸੇ ਪਏ, ਜਾਲ ਵਿੱਚ ਫਸੇ ਪਏ। ਮੁਰਸ਼ਦ ਮੀਆਂ ਮੀਰ ਮੋਹੂ ਕਹਾ, ਇਹ ਗੁਰੂ ਹਰਿਰਾਏ ਸਾਹਿਬ ਜੀ ਮੇਰੇ ਜਿਹੜੇ ਮਾਲਕ ਹੈ ਨਾ, ਮੁਰਸ਼ਦ ਗੁਰੂ ਹੈ, ਮੀਆਂ ਮੀਰ, ਉਹਨਾਂ ਨੇ ਮੈਨੂੰ ਕਿਹਾ ਹੈ। ਸੁਨੀ ਦਮ ਸਿਫਤ ਬੱਡ ਸੋ ਦੀਦਨ ਚਾਹਾ, ਉਹਨਾਂ ਦੁਆਰਾ ਮਹਾਰਾਜ ਜੀ ਦੀ ਸਿਫਤ ਸਲਾਘਾ ਮੈਂ ਸੁਣੀ ਹੈ, ਜਿਸ ਕਰਕੇ ਮੈਂ ਦਰਸ਼ਨ ਕਰਨਾ ਤੁਹਾਡੇ ਚਾਹੁੰਦਾ ਹਾਂ। ਸਭੋ ਰੋਜ਼ ਦੀਦਾਰ ਕੋ ਸ਼ੌਕ ਹੈ, ਸਾਰਾ ਸਭੋ ਨੂੰ ਰਾਤ ਦਾ ਹੈ, ਰੋਜ਼ ਨੂੰ ਦਿਨ ਦਾ, ਦਿਨ ਰਾਤ ਆਪ ਜੀ ਦਰਸ਼ਨ ਕਰਨ ਦਾ ਮੈਨੂੰ ਬੜਾ ਸ਼ੌਕ ਹੈ, ਪ੍ਰੇਮ ਹੈ। ਜੋ ਤਾਲਬ ਫਕਰ ਕਾ ਤਿਸੇ ਜੌਕ ਹੈ, ਜਿਹੜਾ ਕੋਈ ਮਾਰਫ ਕਹਿੰਦੇ ਰੱਬ ਦਾ ਤਾਲਬ ਹੈ, ਚਾਹਵਾਨ ਹੈ, ਉਸਨੂੰ ਕਹਿੰਦੇ ਹਮੇਸ਼ਾ ਦਰਸ਼ਨ ਕਰਨ ਦਾ ਜਿਹੜਾ ਜੌਕ ਇਹ ਸਵਾਦ ਹੁੰਦਾ ਹੈ। ਮਿਹਰ ਕੀ ਨਜ਼ਰ ਆਪ ਰਾਖੋ ਕਮਾਲ, ਇਹ ਗੁਰੂ ਹਰਿਰਾਏ ਸਾਹਿਬ ਜੀ ਆ ਮੇਰੇ ਉੱਪਰ ਵੀ ਪੂਰਨ ਜਿਹੜੀ ਮਿਹਰ ਹੈ ਨਾ ਕਰਕੇ ਰੱਖੋ, ਭਾਵ ਪੂਰੀ ਮਿਹਰ ਕਰੋ ਜੀ। ਕੇ ਖਾਹਸ਼ ਭਈ ਮੋਹ ਦਰਸ਼ਨ ਜਮਾਲ, ਇਸ ਕਰਕੇ ਮੈਨੂੰ ਵੀ ਆਪ ਜੀ ਦੇ ਜਿਹੜੇ ਦਰਸ਼ਨ ਦਿਦਾਰ ਜਿਹੜੇ ਜਮਾਲ ਉਜਲ ਹੈ, ਉਹਦੀ ਸ਼ਾਨਾ ਹੋਈ ਹੈ, ਇੱਛਾ ਹੋਈ ਹੈ। ਪਦਰ ਬਾਦਸ਼ਾਹੀ ਦਈ ਬਹੁ ਕਹੀ, ਇਹ ਗੁਰੂ ਹਰਿਰਾਏ ਸਾਹਿਬ ਜੀ ਪਿਤਾ ਸ਼ਾਹਜਹਾਂ ਨੇ ਬਾਰ-ਬਾਰ ਕਹਿ ਕੇ ਮੈਨੂੰ ਜ਼ਬਰਦਸਤੀ ਆ ਦਿੱਲੀ ਦੀ ਪਾਤਸ਼ਾਹੀ ਦੇ ਦਿੱਤੀ। ਦਿਲੇ ਮੋਹ ਫਜੀਹਤ ਕੀ ਖਾਹਿਸ਼ ਨਹੀਂ, ਉਂਝ ਮਾਰਾ ਮੇਰੇ ਦਿਲ ਦੇ ਵਿੱਚ ਜਿਹੜੀ ਫਜੀਹਤ ਕੀ ਖੱਜਲ ਖੁਆਰੀ ਕਰਨ ਵਾਲੀ ਪਾਤਸ਼ਾਹੀ ਦੀ ਖਾਸ਼ ਹੈ ਨਹੀਂ ਸੀ, ਚਾਹਨਾ ਹੈ ਨਹੀਂ ਸੀ, ਪਰ ਮੱਲੋ ਮੱਲੀ ਮੈਨੂੰ ਇਹ ਮੜ ਦਿੱਤੀ ਇਸ ਨੇ। ਕੇ ਲਾਚਾਰ ਹੋ ਕਰ ਸੋ ਕੀਨੀ ਕਬੂਲ, ਇਹ ਗੁਰੂ ਹਰਿਰਾਏ ਸਾਹਿਬ ਜੀ ਆ ਦਿੱਲੀ ਦੀ ਪਾਤਸ਼ਾਹੀ ਮੈਂ ਬੇਵਸ ਹੋ ਕੇ ਕਹਿੰਦੇ ਆ ਕਬੂਲ ਜੀ ਕੀਤੀ ਹੈ, ਗ੍ਰਹਿਣ ਕੀਤੀ ਹੈ। ਪਦਰ ਹੁਕੋ ਹੁਕਮ ਮੈਂ ਨਾ ਕਰ ਸਕ ਅਦੂਲ, ਕਿਉਂਕਿ ਆਪਣੇ ਪਿਤਾ ਸ਼ਾਹਜਹਾਂ ਦਾ ਜਿਹੜਾ ਹੁਕਮ ਹੈ ਉਹ ਮਾਰਾ ਮੈਂ ਬੋੜ ਨਹੀਂ ਸਕਿਆ, ਉਹਨੇ ਮੈਨੂੰ ਜ਼ਬਰਦਸਤੀ ਕਿਹਾ ਵੀ ਇਹ ਤਾਂ ਤੈਨੂੰ ਪਾਤਸ਼ਾਹੀ
ਕਬੂਲ ਕਰਨੀ ਪੈਣੀ, ਲੈਣੀ ਪੈਣੀ ਹੈ। ਕਰੋ ਮਿਹਰ ਸਾਹਿਬ ਮਦਦ ਆਪ ਇਹੋ। ਆ ਮਾਰਾ ਗੁਰੂ ਹਰਿਰਾਏ ਸਾਹਿਬ ਜੀ ਮਾਲਕ ਮੇਰੇ ਉੱਪਰ ਆਪ ਹੁਣ ਮਿਹਰ ਕਰੋ ਕਿ ਦੋਜਖ ਅਗਨ ਸੇ ਮੁਝੇ ਰਾਖ ਲੇਹੋ। ਆ ਜਿਹੜੀ ਨਰਕਾਂ ਦੀ ਦੋਜਕਾਂ ਦੀ ਅਗਨੀ ਇਹਦੇ ਤੋਂ ਮਾਰਾ ਸਾਨੂੰ ਮੈਨੂੰ ਬਚਾ ਕੇ ਰੱਖ ਲਵੋ। ਦੋਹਰਾ ਸ੍ਰੀ ਸਤਿਗੁਰ ਹਰਿ ਰਾਏ ਜੀ। ਹਾਂ ਇਸ ਤਰ੍ਹਾਂ ਸੋਭਾ ਵਾਲੇ ਸਤਿਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਸੁਨ ਕਰ ਭਏ ਕਿਰਪਾਲ। ਇਹ ਜਿਹੜਾ ਦਾਰਸ਼ਕੋ ਦਾ ਪ੍ਰੇਮ ਪੱਤਰ ਨੂੰ ਸੁਣ ਕੇ ਬਹੁਤ ਪ੍ਰਸੰਨ ਹੋ ਗਏ। ਤਿਸ ਆਸ਼ਾ ਕੋ ਜਾਣ ਕਰ ਉਹ ਦਾਰਸ਼ਕੋ ਦੇ ਮਨ ਦਾ ਆਸ਼ਾ ਖਿਆਲ ਜਾਣ ਕੇ ਸੰਤਨ ਪ੍ਰੇਮ ਵਿਸਾਲ। ਸਾਧੂ ਸੰਤਾਂ ਨਾਲ ਬੜਾ ਪ੍ਰੇਮ ਪਿਆਰ ਹੈ। ਪਰਮੇਸ਼ਵਰ ਪ੍ਰਾਪਤ ਵਿਖੈ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੇ ਵਿਚਕਾਰ ਦਿਲ ਮੋ ਸ਼ੌਕ ਬਿਲੰਦ। ਮੇਰੇ ਦਿਲ ਦੇ ਵਿੱਚ ਬੜਾ ਭਾਰੀ ਪ੍ਰੇਮ ਪਿਆਰ ਹੈ। ਤਬ ਲਿਖਵਾਏ ਜਵਾਬ ਦੀਏ। ਤਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਵੀ ਆਪਣੇ ਵੱਲੋਂ ਪ੍ਰੇਮ ਪੱਤਰ ਲਿਖਵਾ ਕੇ ਇਹਦੇ ਪੱਤਰ ਦਾ ਜਵਾਬ ਦਿੱਤਾ ਸੀ। ਕਹਿ ਕਰ ਬਾਕ ਮਨੰਦ। ਜਿਵੇਂ ਇਹਨੇ ਪ੍ਰੇਮ ਪਿਆਰ ਦੇ ਬਚਨ ਕਹੇ ਸੀ ਉਸ ਦੇ ਸਦਰਫ ਹੀ ਸਤਿਗੁਰੂ ਜੀ ਨੇ ਆਪਣੇ ਵੱਲੋਂ ਪ੍ਰੇਮ ਪਿਆਰ ਦੇ ਬਚਨ ਕਹਿ ਕੇ ਯਥਾਰਥ ਉੱਤਰ ਦਿੱਤਾ ਸੀ। ਉਹ ਜਿਵੇਂ ਗੁਰੂ ਹਰਿਰਾਏ ਸਾਹਿਬ ਜੀ ਨੇ ਇਹਦੇ ਪ੍ਰੇਮ ਪੱਤਰ ਦਾ ਆਪਣੇ ਵੱਲੋਂ ਪੱਤਰ ਭੇਜ ਕੇ ਜਵਾਬ ਦਿੱਤਾ ਸੀ, ਉਹ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿੱਚ ਪੜ੍ਹ ਲਾਂਗੇ, ਕਿਉਂਕਿ ਸਮਾਂ ਜਿੰਨਾ ਕੁ ਨਿਯਤ ਕੀਤਾ ਉਹ ਕਰੀਬਨ ਪੂਰਾ ਹੀ ਹੋ ਗਿਆ। ਅੱਜ ਆਪਾਂ ਇੱਥੇ ਸਮਾਪਤੀ ਕਰੀਏ। ਅਗਲਾ ਪ੍ਰਸੰਗ ਕੱਲ ਦੇ ਦੀਵਾਨ ਵਿੱਚ ਸੁਣ ਕੇ ਲਾਹਾ ਲਵਾਂਗੇ। ਪਰਮੇਸ਼ਰ ਪ੍ਰਾਪਤ ਵਿਖੈ ਦਿਲ ਮੋ ਸ਼ੌਕ ਬਿਲੰਦ। ਤਬ ਲਿਖਵਾਏ ਜਵਾਬ ਦੀਏ ਕਹਿ ਕਰ ਬਾਕ ਮਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।